ਹੈਲੋ एवरीवन, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਹਾਡਾ ਸਭ ਦਾ ਸਕਸੈਸ ਟਰੀ ਪੰਜਾਬ ਦੇ YouTube ਪਲੇਟਫਾਰਮ ਤੇ ਬਹੁਤ-ਬਹੁਤ ਸਵਾਗਤ। ਮਾਈ ਸੈਲਫ ਯਸ਼ਵਿਨੀ। ਜਿਹੜਾ ਆਪਣਾ ਅੱਜ ਦਾ ਸੈਸ਼ਨ ਰਹੂਗਾ ਉਹ ਰਹੂਗਾ ਰਿਗਾਰਡਿੰਗ CDP। ਐਜ਼ ਯੂ ਆਲ ਨੋ ਕਿ ਜਿਹੜਾ PS ਟੈਟ ਐਗਜ਼ਾਮ ਹੈ ਪੰਜਾਬ ਟੈਟ, ਜਾਂ ਅਗਰ ਪੇਪਰ 1 ਲਈ ਅਪੀਅਰ ਹੋਣਾ ਤੁਸੀਂ ਜਾਂ ਫਿਰ ਪੇਪਰ 2 ਲਈ, ਦੋਨੋਂ ਐਗਜ਼ਾਮਸ ਦੇ ਵਿੱਚ ਹੀ CDP ਦਾ ਬਹੁਤ ਵੱਡਾ ਰੋਲ ਹੈ, ਕਿਉਂਕਿ 30 ਮਾਰਕਸ ਦਾ ਕੁਐਸਚਨਸ ਜਿਹੜੇ ਨੇ CDP ਦੇ ਵਿੱਚ ਕਵਰ ਹੋਣਗੇ। CDP ਮਤਲਬ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ। ਠੀਕ, ਤਾਂ CDP ਦੀ ਜਿਹੜੀ ਸੀਰੀਜ਼ ਨੇ ਆਪਾਂ ਕੰਟੀਨਿਊ ਕਰਦੇ ਹਾਂ। ਤਾਂ ਮੈਂ ਇੱਕ ਚੀਜ਼ ਕਲੀਅਰ ਕਰਦਾ ਸਟਾਰਟ ਕਰਨ ਤੋਂ ਪਹਿਲਾਂ ਕਿ ਇੱਕ ਤਾਂ ਮੈਂ ਇਹਦੇ ਵਿੱਚ ਤੁਹਾਨੂੰ ਪ੍ਰੀਵੀਅਸ ਈਅਰ ਕੁਐਸਚਨਸ ਕਰਵਾਉਂਗੀ ਜੋ ਵੀ PS ਟੈਟ ਦੇ ਵਿੱਚ ਪਹਿਲਾਂ ਪੁੱਛੇ ਗਏ ਨੇ, ਪਲੱਸ ਐਕਸਪੈਕਟਡ ਕੁਐਸਚਨਸ, ਮੋਸਟ ਐਕਸਪੈਕਟਡ ਕੁਐਸਚਨਸ ਜਿਹੜੇ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਨੇ। ਠੀਕ, ਤਾਂ ਉਸ ਅਕੋਰਡਿੰਗ ਆਪਾਂ ਆਪਦੀ ਤਿਆਰੀ ਜਿਹੜੀ ਉਹ ਸਟਾਰਟ ਕਰਾਂਗੇ। ਤਾਂ ਫਸਟ ਕੁਐਸਚਨ ਤੁਹਾਡੇ ਅੱਗੇ ਕੀ ਕਹਿ ਰਹੇ ਨੇ, ਉਹ ਕਹਿੰਦੇ ਵਿਚ ਆਫ ਦਾ ਫੋਲੋਇੰਗ ਡਸ ਨਾਟ ਐਗਜ਼ੈਂਪਲੀਫਾਈ ਐਨ ਇਨਕਲੂਸਿਵ ਕਲਾਸਰੂਮ। ਮਤਲਬ ਇਹਦੇ ਵਿੱਚੋਂ ਦੀ ਕਿਹੜੀ ਏਦਾਂ ਦੀ ਆਪਸ਼ਨ ਹੈ ਜਿਹੜੀ ਕੀ ਕਰ ਰਹੀ ਹੈ, ਇਨਕਲੂਸਿਵ ਕਲਾਸਰੂਮ ਨੂੰ ਐਗਜ਼ੈਂਪਲੀਫਾਈ ਨਹੀਂ ਕਰ ਰਹੀ, ਮਤਲਬ ਉਹਦੇ ਬਾਰੇ ਐਕਸਪਲੇਨ ਨਹੀਂ ਕਰ ਰਹੀ। ਕਿਹੜੀ ਆਪਸ਼ਨ ਹੈ? ਦੇਖੋ ਤੁਹਾਡੇ ਸਾਹਮਣੇ 4 ਆਪਸ਼ਨਸ ਨੇ, ਤੁਹਾਨੂੰ ਕਿਹੜੀ ਲੱਗਦੀ ਹੈ? ਪਹਿਲੇ ਕਹਿੰਦੇ ਆਫਰਿੰਗ ਡਿਫਰੈਂਸ਼ੀਏਟਡ ਇਨਸਟਰਕਸ਼ਨਸ। ਠੀਕ ਹੈ, ਹੋ ਸਕਦਾ ਹੈ ਕਿ ਤੁਸੀਂ ਬੱਚੇ ਨੂੰ ਕੀ ਕਰ ਰਹੇ ਹੋ, ਅਲੱਗ-ਅਲੱਗ ਜਿਹੜੀ ਇਨਸਟਰਕਸ਼ਨਸ ਨੇ, ਠੀਕ ਹੈ, ਉਹ ਕੀ ਕਰ ਰਹੇ ਹੋ, ਆਫਰ ਕਰ ਰਹੇ ਹੋ। ਠੀਕ, ਇਨਕਰੇਜਿੰਗ ਕੰਪੀਟੀਸ਼ਨ ਅਮੰਗ ਸਟੂਡੈਂਟਸ। ਠੀਕ ਹੈ, ਦੇਖੋ ਪਹਿਲੀ ਚੀਜ਼ ਤਾਂ ਠੀਕ ਹੋਗੀ, ਅਲੱਗ-ਅਲੱਗ ਤਰੀਕੇ ਨਾਲ ਉਹਨਾਂ ਨੂੰ ਅਲੱਗ-ਅਲੱਗ ਵੇ ਨਾਲ ਇੰਸਟਰਕਟ ਕਰਨਾ। ਠੀਕ ਹੈ, ਕੰਪੀਟੀਸ਼ਨ ਸਪਿਰਿਟ ਹੈ ਨਾ ਜਿਹੜੀ, ਤੁਸੀਂ ਉਹ ਬੱਚਿਆਂ ਦੇ ਵਿੱਚ ਕ੍ਰੀਏਟ ਨਹੀਂ ਕਰ ਸਕਦੇ। ਇਹਦੇ ਨਾਲ ਕੀ ਹੋਊਗਾ, ਕੰਪੀਟੀਸ਼ਨ ਸਪਿਰਿਟ ਜਿਹੜਾ ਹੈ ਉਹਦੇ ਨਾਲ ਨਾ ਨੈਗੇਟਿਵਿਟੀ ਇੱਕ ਤਰ੍ਹਾਂ ਦੀ ਹੋ ਜਾਊਗੀ। ਤੁਸੀਂ ਬਹੁਤ ਜ਼ਿਆਦਾ ਕੰਪੀਟੀਸ਼ਨ ਕ੍ਰੀਏਟ ਕਰਦਾ ਬੱਚਿਆਂ ਦੇ ਵਿੱਚ, ਠੀਕ, ਆਪਸ ਦੇ ਵਿੱਚ। ਤਾਂ ਇਹ ਆਪਸ਼ਨ ਗਲਤ ਹੈ। ਜਿਹੜੀ ਗਲਤ ਹੈ ਉਹੀ ਪੁੱਛੀ ਹੈ, ਕਿਉਂਕਿ ਪੁੱਛਿਆ ਹੀ ਇਹਨਾਂ ਨੇ ਕੀ ਹੈ, ਡਸ ਨੋਟ। ਇਹ ਕੁਐਸਚਨ ਦੇ ਵਿੱਚ ਧਿਆਨ ਰੱਖੋਗੇ ਕਿ ਉਹਨਾਂ ਨੇ ਪੋਜ਼ਿਟਿਵ ਵੇ ਦੇ ਵਿੱਚ ਪੁੱਛਿਆ ਜਾਂ ਫਿਰ ਨੈਗੇਟਿਵ ਵੇ ਦੇ ਵਿੱਚ। ਅਗਰ ਉਹਨਾਂ ਨੇ ਡਸ ਨੋਟ ਨਾ ਲਿਖਿਆ ਹੁੰਦਾ, ਸਿੰਪਲ ਲਿਖਿਆ ਹੁੰਦਾ ਕਿ ਕਿਹੜੀ ਚੀਜ਼ ਉਹਨੂੰ ਪ੍ਰਮੋਟ ਕਰੂਗੀ, ਫਿਰ ਤੁਸੀਂ ਉਹ ਤੇ ਟਿਕ ਲਗਾ ਦੇਣਾ ਸੀ। ਬਟ ਇੱਥੇ ਡਸ ਨੋਟ ਲਿਖਤਾ ਨਾ, ਕਿਹੜੀ ਚੀਜ਼ ਨਹੀਂ ਕਰ ਰਹੀ। ਠੀਕ, ਤਾਂ ਜਿਹੜੀ ਚੀਜ਼ ਨਹੀਂ ਕਰ ਰਹੀ, ਠੀਕ ਹੈ, ਤਾਂ ਫਿਰ ਉਹ ਇਹ ਆਪਸ਼ਨ ਹੋਊਗੀ। ਬਟ ਆਪਾਂ ਕੋਈ ਨਹੀਂ, ਅੱਗੇ ਵੀ ਦੇਖ ਲੈਂਦੇ ਉਹਨਾਂ ਨੇ ਕਿਹੜੀ ਆਪਸ਼ਨਸ ਲਿਖੀਆਂ ਹੋਈਆਂ ਨੇ। ਫਿਰ ਕਹਿੰਦੇ ਇਨਕੋਰਪੋਰੇਸ਼ਨ ਆਫ ਡਾਈਵਰਸ ਪਰਸਪੈਕਟਿਵ। ਮਤਲਬ ਕਿ ਜਿਹੜੇ ਡਾਈਵਰਸ ਪਰਸਪੈਕਟਿਵ ਨੇ ਉਹਨਾਂ ਸਭ ਨੂੰ ਇਨਕੋਰਪੋਰੇਟ ਕਰ ਲੈਣਾ, ਅਲੱਗ-ਅਲੱਗ ਪਰਸਪੈਕਟਿਵਸ। ਤੁਹਾਨੂੰ ਮੈਂ ਇਹ ਚੀਜ਼ ਦੱਸੀ ਸੀ, ਮੈਂ ਦੁਬਾਰਾ ਦੱਸਣਾ ਚਾਹੂੰਗੀ ਕਿ ਜਿਹੜਾ ਆਪਾਂ ਗੱਲ ਕਰਦੇ ਹਾਂ ਨਾ ਇੰਡੀਵਿਜੂਅਲ ਡਿਫਰੈਂਸਸ ਦੀ, ਡਾਈਵਰਸ ਬੈਕਗ੍ਰਾਉਂਡ, ਉਹ ਕਨਸੈਪਟ ਹੁੰਦਾ ਕਿ ਜਿਹੜੇ ਬੱਚੇ ਨੇ ਨਾ ਤੁਹਾਡੀ ਕਲਾਸ ਦੇ ਵਿੱਚ ਅਲੱਗ-ਅਲੱਗ ਬੈਕਗ੍ਰਾਉਂਡ ਤੋਂ ਆਉਂਦੇ ਨੇ। ਠੀਕ, ਮਤਲਬ ਅਲੱਗ-ਅਲੱਗ ਕਲਚਰਸ ਹੁੰਦੇ ਨੇ, ਅਲੱਗ-ਅਲੱਗ ਸੁਸਾਇਟੀ, ਅਲੱਗ-ਅਲੱਗ ਇਨਵਾਇਰਨਮੈਂਟ, ਅਲੱਗ-ਅਲੱਗ ਤਰੀਕੇ ਨਾਲ ਉਹਨਾਂ ਦੀ ਮਤਲਬ ਬੋਲੂੰਗੀ ਮੈਂ ਨਰਚਰਿੰਗ ਹੋਈ ਹੁੰਦੀ ਹੈ। ਠੀਕ ਹੈ, ਸਭ ਦਾ ਨੇਚਰ ਵੀ ਸੇਮ ਨਹੀਂ ਹੁੰਦਾ। ਤਾਂ ਇਸ ਕਰਕੇ ਨਾ ਅਲੱਗ-ਅਲੱਗ ਬੈਕਗ੍ਰਾਉਂਡ ਦੇ ਬੱਚਿਆਂ ਦੀ ਨੀਡਸ ਨੂੰ ਕੈਟਰ ਕਰਨ ਦੇ ਲਈ ਜਿਹੜਾ ਟੀਚਰ ਹੈ ਉਹ ਚੀਜ਼ ਦਾ ਧਿਆਨ ਰੱਖੂਗਾ ਕਿ ਆਪਣੇ ਜਿਹੜੇ ਟੀਚਿੰਗ ਮੈਥਡਸ ਨੇ ਜਾਂ ਫਿਰ ਆਪਣੇ ਟੀਚਿੰਗ ਏਡਸ ਨੇ ਉਸ ਅਕੋਰਡਿੰਗ ਉਹ ਬਦਲ ਲੈ, ਜਿਸ ਅਕੋਰਡਿੰਗ ਬੱਚਿਆਂ ਦੀ ਨੀਡ ਹੈ। ਠੀਕ ਹੈ, ਸਪੋਜ਼ ਦੈਟ ਟੀਚਰ ਜਿਹੜਾ ਹੈ ਕੋਈ ਵੀ ਕੁਐਸਚਨ ਕਰਵਾ ਰਿਹਾ, ਉਹਦੇ ਵਿੱਚ ਬੱਚਿਆਂ ਨੂੰ ਲੱਗ ਰਿਹਾ ਕਿ ਥਿਓਰੈਟੀਕਲ ਪੋਰਸ਼ਨ ਜ਼ਿਆਦਾ ਹੈ, ਕਿ ਉਹ ਥਿਊਰੀ ਜ਼ਿਆਦਾ ਕਰਵਾ ਰਹੇ ਨੇ, ਫਿਰ ਉਹ ਐਗਜ਼ਾਮਪਲ ਜ਼ਿਆਦਾ ਐਡ ਆਨ ਕਰ ਦੂਗਾ। ਤਾਂ ਇਹ ਚੀਜ਼ ਹੋ ਜੂਗੀ ਡਾਈਵਰਸ ਬੈਕਗ੍ਰਾਉਂਡ ਵਾਲੀ ਸਿਚੁਏਸ਼ਨ। ਤਾਂ ਬਿਲਕੁਲ ਠੀਕ ਹੈ, ਫੋਲੋਇੰਗ ਰੀਜ਼ਨੇਬਲ ਅਕੋਮੋਡੇਸ਼ਨ ਬਿਲਕੁਲ ਠੀਕ ਹੈ। ਮਤਲਬ ਪ੍ਰੋਪਰ ਲੌਜੀਕਲੀ ਐਕੋਮੋਡੇਟ ਕਰਨਾ। ਐਕੋਮੋਡੇਸ਼ਨ ਮਤਲਬ ਚੇਂਜ ਕਰਨਾ। ਉਹੀ ਗੱਲ ਆ ਗਈ ਮੈਥਡਸ ਦੀ ਕਿ ਮਤਲਬ ਅਗਰ ਬੱਚੇ ਨੂੰ ਪ੍ਰੋਬਲਮ ਆ ਰਹੀ ਹੈ ਤਾਂ ਟੀਚਰ ਆਪਦਾ ਮੈਥਡ ਚੇਂਜ ਕਰ ਲੂਗਾ। ਤੇ ਇਹਦੇ ਵਿੱਚੋਂ ਨੈਗੇਟਿਵ ਆਪਸ਼ਨ ਕੰਪੀਟੀਸ਼ਨ ਵਾਲੀ ਹੈ, ਉਹੀ ਇਹਨਾਂ ਨੇ ਪੁੱਛੀ ਸੀ। ਹੁਣ ਇਨਕਲੂਸਿਵ ਕਲਾਸਰੂਮ ਉਹ ਕਲਾਸਰੂਮ ਹੋਊਗਾ ਜਿਹੜਾ ਹਰੇਕ ਬੈਕਗ੍ਰਾਉਂਡ ਦੇ ਬੱਚੇ ਨੂੰ ਇਨਕਲੂਡ ਕਰੂਗਾ। ਠੀਕ ਹੈ, ਕਈ ਵਾਰ ਤੁਹਾਨੂੰ ਆਪਸ਼ਨ ਦੇ ਵਿੱਚ ਦੇ ਦਿੰਦੇ ਨੇ ਜਿਹੜਾ ਇਨਕਲੂਸਿਵ ਕਲਾਸਰੂਮ ਹੈ ਉਹ ਸਾਰੇ ਬੱਚੇ ਨੂੰ ਐਕਸਕਲੂਡ ਕਰਦਾ ਹੈ। ਕਈ ਵਾਰ ਇਹ ਆਪਸ਼ਨ ਵੀ ਲਿਖੀ ਹੁੰਦੀ ਹੈ, ਇਹ ਧਿਆਨ ਨਾਲ ਪੜਿਓ। ਇਹ ਵਰਡ ਵੀ ਲਿਖਿਆ ਹੁੰਦਾ ਐਕਸਕਲੂਡ। ਐਕਸਕਲੂਡ ਮਤਲਬ ਹੁੰਦਾ ਬਾਹਰ ਕਰ ਦੇਣਾ। ਤੇ ਇਹਦਾ ਚੀਜ਼ ਗਲਤ ਹੋ ਗਈ, ਇਹ ਤਾਂ ਆ ਹੀ ਨਹੀਂ ਨਾ ਸਕਦੀ। ਤਾਂ ਇਸ ਕਰਕੇ ਇਹ ਚੀਜ਼ ਦਾ ਧਿਆਨ ਰੱਖੋਗੇ ਤੁਸੀਂ। ਤੇ ਇਹਦਾ ਆਨਸਰ ਆਊਗਾ ਵਿਦਆਊਟ ਐਨੀ ਡਾਊਟ ਬੀ ਆਪਸ਼ਨ, ਕੰਪੀਟੀਟਿਵ ਸਪਿਰਿਟ ਵਾਲੀ। ਨੈਕਸਟ ਕੁਐਸਚਨ ਤੁਹਾਡੇ ਅੱਗੇ ਕੀ ਕਹਿ ਰਹੇ ਨੇ, ਕਹਿੰਦੇ ਵਟ ਇਜ਼ ਦ ਰੋਲ ਆਫ ਅ ਟੀਚਰ ਇਨ ਅ ਕਲਾਸ। ਮਤਲਬ ਇੱਕ ਟੀਚਰ ਦਾ ਕਲਾਸ ਵਿੱਚ ਕੀ ਰੋਲ ਰਹੂਗਾ। ਆਪਸ਼ਨ ਤੁਹਾਡੇ ਅੱਗੇ, ਇੱਕ ਆਪਸ਼ਨ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਪਹਿਲਾਂ ਕਹਿੰਦੇ ਸਟ੍ਰਿਕਟਲੀ ਅਡਹੈਰਿੰਗ ਟੂ ਦ ਟਾਈਮ ਟੇਬਲ ਐਂਡ ਬੀਇੰਗ ਬਾਉਂਡ ਬਾਈ ਦ ਸਿਲੇਬਸ। ਮਤਲਬ ਕਿ ਸਟ੍ਰਿਕਟਲੀ ਤੁਸੀਂ ਟਾਈਮ ਟੇਬਲ ਹੈ ਜਿਹੜਾ ਉਹਦੇ ਨਾਲ ਰਹਿਣਾ, ਉਹਨੂੰ ਫੋਲੋ ਕਰਨਾ ਤੇ ਸਿਲੇਬਸ ਦੇ ਨਾਲ ਮਤਲਬ ਬਾਉਂਡ ਹੋ ਜਾਓ। ਸਟ੍ਰਿਕਟਲੀ ਵਰਡ ਇੱਥੇ ਨੈਗੇਟਿਵ ਨਹੀਂ ਲੱਗ ਰਿਹਾ ਤੁਹਾਨੂੰ ਕਿ ਸਟ੍ਰਿਕਟਲੀ ਹੀ ਤੁਸੀਂ ਟਾਈਮ ਟੇਬਲ ਨੂੰ ਵੀ ਫੋਲੋ ਕਰੋ ਤੇ ਸਿਲੇਬਸ ਨਾਲ ਵੀ। ਤਾਂ ਇਹ ਤਾਂ ਫਿਕਸ ਚੀਜ਼ ਹੋਗੀ ਨਾ। ਹਮੇਸ਼ਾ ਫਿਕਸਡ ਇੱਕ ਚੀਜ਼ ਦਾ ਧਿਆਨ ਰੱਖਿਓਗੇ। 2 ਵਰਡ ਧਿਆਨ ਨਾਲ ਸੁਣਿਓ, ਫਿਕਸਡ ਜਾਂ ਫਿਰ ਸਟੈਂਡਰਡ। ਅਗਰ ਤੁਹਾਨੂੰ ਕਿਤੇ ਇਹ ਕੁਐਸਚਨ ਦੇ ਵਿੱਚ ਆ ਗਿਆ ਨਾ ਫਿਕਸਡ ਤੇ ਸਟੈਂਡਰਡ ਕਿਉਰਿਕੂਲਮ ਨੂੰ ਫੋਲੋ ਕਰਨਾ, ਅੱਖਾਂ ਬੰਦ ਕਰਕੇ ਗਲਤ ਆਊਗੀ ਆਪਸ਼ਨ। ਕਿਉਂ? ਕਿਉਰਿਕੂਲਮ ਹੁੰਦਾ ਫਸਟ ਆਫ ਆਲ ਸਿਲੇਬਸ ਕੰਟੈਂਟ ਜਿਹੜਾ ਇੱਕ ਟੀਚਰ ਟੀਚ ਕਰੂਗਾ ਕਲਾਸ ਦੇ ਵਿੱਚ। ਠੀਕ ਹੈ, ਫਿਕਸ ਜਾਂ ਫਿਰ ਸਟੈਂਡਰਡ ਕਿਉਰਿਕੂਲਮ ਕਿਉਂ ਨਹੀਂ ਹੋਣਾ ਚਾਹੀਦਾ? ਕਿਉਂਕਿ ਜਿਹੜਾ ਤੁਹਾਡਾ ਕਿਉਰਿਕੂਲਮ ਹੈ ਨਾ ਉਹ ਫਲੈਕਸੀਬਲ ਹੋਣਾ ਚਾਹੀਦਾ। ਮਤਲਬ ਟੀਚਰ, ਉਹੀ ਗੱਲ ਆ ਗਈ ਨਾ, ਬੱਚੇ ਦੀ ਨੀਡਸ ਦੇ ਅਕੋਰਡਿੰਗਲੀ ਉਹਦੇ ਵਿੱਚ ਕੋਈ ਵੀ ਚੀਜ਼ ਐਡ ਆਨ ਕਰ ਸਕੇ। ਠੀਕ ਹੈ, ਜਾਂ ਮਤਲਬ ਜੋ ਵੀ ਬੱਚਿਆਂ ਨੂੰ ਲੱਗ ਰਿਹਾ ਕੰਟੈਂਟ ਤੋਂ ਫਲੈਕਸੀਬਲ ਹੋਣੀ ਚਾਹੀਦੀ ਹੈ ਤੁਹਾਡੀ ਟੀਚਿੰਗ ਲਰਨਿੰਗ ਪ੍ਰੋਸੈਸ। ਉਹ ਮਟੀਰੀਅਲ ਜਿਹੜੇ ਟੀਚਰ ਬੱਚੇ ਨੂੰ ਪੜਾਊਗਾ ਕਦੇ ਵੀ ਉਹ ਫਿਕਸ ਨਹੀਂ ਹੋਣਾ ਚਾਹੀਦਾ, ਸਟੈਂਡਰਡਾਈਜ਼ਡ ਨਹੀਂ ਹੋਣਾ ਚਾਹੀਦਾ।
ਫਲੈਕਸੀਬਲ ਚੀਜ਼ ਹੋਣੀ ਜ਼ਰੂਰੀ ਹੈ, ਫਲੈਕਸੀਬਲ ਕਿਉਰਿਕੂਲਮ ਕੰਟੈਂਟ ਹੋਣਾ ਜ਼ਰੂਰੀ ਹੈ ਤਾਂ ਕਿ ਉਹਦੇ ਵਿੱਚ ਐਕੋਮੋਡੇਸ਼ਨ ਜਾਂ ਕੋਈ ਵੀ ਉਹਦੇ ਵਿੱਚ ਚੇਂਜਸ ਹੋ ਸਕਣ। ਠੀਕ, ਤਾਂ ਇਹ ਜਿਹੜੀ ਆਪਸ਼ਨ ਹੋ ਜੂਗੀ ਨਾ, ਇਹਦਾ ਧਿਆਨ ਰੱਖਿਓ। ਵਰਡਸ ਜਿਹੜੇ ਮੈਂ ਕਹਿ ਰਹੀ ਹਾਂ ਏਦਾਂ ਹੀ ਡਾਇਰੈਕਟ ਪਾਉਂਦੇ ਨੇ ਉਹ, ਇਹ ਗਲਤ ਹੋ ਜਾਊਗਾ। ਟੂ ਪ੍ਰੋਵਾਈਡ ਰਿਲਾਇਬਲ ਕੰਡੀਸ਼ਨਸ ਐਂਡ ਫੈਸਿਲਿਟੇਟ ਇੰਡੀਪੈਂਡੈਂਟ ਥਿੰਕਿੰਗ ਟੂ ਦ ਲਰਨਰ। ਬਿਲਕੁਲ ਠੀਕ ਹੈ, ਠੀਕ ਹੈ, ਉਹਨਾਂ ਨੂੰ ਇੰਡੀਪੈਂਡੈਂਟ ਥਿੰਕਿੰਗ ਵੱਲ ਲੈ ਕੇ ਜਾਣਾ, ਮਤਲਬ ਤਾਂ ਕਿ ਉਹ ਇੰਡੀਪੈਂਡੈਂਟਲੀ ਸੋਚ ਸਕਣ। ਟੀਚਰ ਇੱਕ ਪੁਸ਼ ਦਊਗਾ ਉਹਨਾਂ ਨੂੰ, ਟੀਚਰ ਉਹਨਾਂ ਨੂੰ ਪੜ੍ਹਾ ਰਹੇ, ਮਲਟੀਪਲ ਰਿਵੀਜ਼ਨਸ ਵੀ ਕਰਵਾਊਗਾ, ਬਟ ਐਟ ਦ ਐਂਡ ਬੱਚੇ ਦਾ ਕੰਮ ਹੁੰਦਾ, ਠੀਕ ਹੈ, ਆਪਣਾ ਦਿਮਾਗ ਵੀ ਲਗਾਉਣਾ, ਖੁਦ ਦੇ ਡਿਸੀਜਨਸ ਖੁਦ ਲੈਣਾ। ਤਾਂ ਇੱਕ ਇਸ ਕੇਸ ਦੇ ਵਿੱਚ ਕੀ ਹੋ ਜਾਊਗਾ, ਇਹਨਾਂ ਨੇ ਬੋਲਿਆ ਹੋਇਆ ਕਿ ਬੱਚਾ ਇੰਡੀਪੈਂਡੈਂਟ ਥਿੰਕਿੰਗ ਮਤਲਬ ਖੁਦ ਆਪਦੇ ਡਿਸੀਜਨਸ ਲੈਣ ਲੱਗ ਜਾਊਗਾ, ਖੁਦ ਉਹ ਚੀਜ਼ ਸੋਚਣ ਲੱਗ ਜਾਊਗਾ। ਤਾਂ ਵਿਦਆਊਟ ਐਨੀ ਡਾਊਟ ਵੈਸੇ ਤਾਂ ਇਹੀ ਆਪਸ਼ਨ ਹੋਊਗੀ, ਬਟ ਕੋਈ ਗੱਲ ਨਹੀਂ, ਅੱਗੇ ਵੀ ਦੇਖ ਲੈਂਦੇ ਹਾਂ। ਟੂ ਪਰਫੈਕਟ ਦ ਲਰਨਰਸ ਵਿਦ देयर ਨॉलेज ਐਂਡ ਪ੍ਰੀਪੇਅਰ them ਫॉर ਐਗਜ਼ਾਮੀਨੇਸ਼ਨ। ਮਤਲਬ ਜਿਹੜੇ ਲਰਨਰਸ ਨੇ ਉਹਨਾਂ ਨੂੰ ਪਰਫੈਕਟ ਕਰ ਦੇਣਾ ਉਹਨਾਂ ਦੀ ਨੌਲੇਜ ਨਾਲ, ਤੇ ਸਿਰਫ ਉਹਨਾਂ ਨੂੰ ਐਗਜ਼ਾਮੀਨੇਸ਼ਨ ਲਈ ਰੈਡੀ ਕਰ ਦੇਣਾ। ਇਹ ਤਾਂ ਗਲਤ ਚੀਜ਼ ਹੈ ਨਾ, ਸਿਰਫ ਐਗਜ਼ਾਮ ਦੇ ਲਈ ਹੀ ਰੈਡੀ ਕਰ ਦੋ ਉਹਨਾਂ ਨੂੰ, ਤਾਂ ਇਹ ਵੀ ਗਲਤ ਹੋ ਗਿਆ। ਡਿਸੈਮੀਨੇਟਿੰਗ ਨੌਲੇਜ ਇਨ ਅ ਸਟ੍ਰੇਟ ਫਾਰਵਰਡ ਮੈਨਰ ਐਂਡ ਪ੍ਰੀਪੇਅਰਿੰਗ ਦ ਲਰਨਰ ਫॉर ਕਰੈਕਟ ਆਂਸਰ। ਮਤਲਬ ਕੀ ਹੈ, ਸਿਰਫ ਇੱਕੋ ਹੀ ਸਟ੍ਰੇਟ ਫਾਰਵਰਡ ਮੈਨਰ ਦੇ ਵਿੱਚ ਬੱਚੇ ਨੂੰ ਨੌਲੇਜ ਦੋ, ਇੱਕੋ ਹੀ ਡਾਇਮੈਂਸ਼ਨ ਦੇ ਵਿੱਚ ਉਹਨੂੰ ਸਿਖਾਓ, ਠੀਕ ਹੈ, ਤੇ ਉਹਨੂੰ ਸਿਰਫ ਇੰਨਾ ਦੱਸੋ ਕਿ ਕਿਸ ਤਰ੍ਹਾਂ ਸਹੀ ਆਂਸਰ ਲਾਣੇ ਨੇ। ਇਹ ਤਾਂ ਰੱਟਾਫਿਕੇਸ਼ਨ ਹੋ ਗਈ ਜਾਂ ਰੋਟ ਮੈਮੋਰਾਈਜ਼ੇਸ਼ਨ। ਹੁਣ ਇੱਥੋਂ ਇੱਕ ਹੋਰ ਟਰਮ ਨਿਕਲਦੀ ਹੈ, ਇਹ ਸਾਰੀ ਟਰਮ ਏਦਾਂ ਹੀ ਸਟੇਟਮੈਂਟ ਬੇਸਡ ਕੁਐਸਚਨ ਦੇ ਵਿੱਚ ਪਾ ਸਕਦੇ ਨੇ ਪੀਐਸ ਟੈਟ ਦੇ ਵਿੱਚ, ਤਾਂ ਇਹ ਚੀਜ਼ ਦਾ ਧਿਆਨ ਰੱਖਿਓ, ਠੀਕ ਹੈ। ਰੋਟ ਮੈਮੋਰਾਈਜ਼ੇਸ਼ਨ ਹੁੰਦਾ ਰੱਟਾਫਿਕੇਸ਼ਨ। ਜਿੱਥੇ ਤੁਹਾਨੂੰ ਆਪਸ਼ਨ ਦੇ ਵਿੱਚ ਦਿਖ ਗਿਆ ਕਿ ਮੈਮਰੀ ਦੀ ਗੱਲ ਕਰੀ ਗਈ ਹੈ, ਰੋਟ ਮੈਮੋਰਾਈਜ਼ੇਸ਼ਨ ਮੈਮਰੀ ਉਹ ਚੀਜ਼ ਨੂੰ ਹਨਾ, ਇਹ ਸਾਰੇ ਰਿਮੈਂਬਰ ਰੱਖਣਾ ਮੈਮਰੀ ਹੋ ਗਈ, ਇਹ ਸਾਰੀ ਨॉट ਰਿਮੈਂਬਰ ਮੈਮਰੀ ਵਰਡ ਮੈਂ ਯੂਜ਼ ਕਰੂੰਗੀ, ਤਾਂ ਉਹ ਚੀਜ਼ ਨੈਗੇਟਿਵ ਦੇ ਵਿੱਚ ਆਊਗੀ, ਕਿਉਂਕਿ ਉੱਥੇ ਰੱਟਾਫਿਕੇਸ਼ਨ ਦੀ ਗੱਲ ਕਰੀ ਹੈ, ਕਨਸੈਪਚੁਅਲ ਅੰਡਰਸਟੈਂਡਿੰਗ ਜਾਂ ਫਿਰ ਕਨਸੈਪਚੁਅਲ ਨੌਲੇਜ ਦੀ ਗੱਲ ਨਹੀਂ ਕਰੀ, ਇਸ ਕਰਕੇ ਫਿਰ ਤਾਂ ਗਲਤ ਹੋਊਗਾ ਖਮਨ ਕਰਕੇ ਤੁਹਾਡਾ ਆਂਸਰ, ਮਤਲਬ ਨੈਗੇਟਿਵ ਦੇ ਵਿੱਚ ਜਾਊਗਾ। ਇਸ ਕਰਕੇ ਇਹਦੇ ਵਿੱਚ ਕੋਈ ਵੀ ਜਿਹੜੀ ਆਪਸ਼ਨ ਹੈ, ਮਤਲਬ ਇਹਦੇ ਵਿੱਚੋਂ A, C ਐਂਡ D ਬਿਲਕੁਲ ਗਲਤ ਨੇ, ਤਾਂ ਟੀਚਰ ਦਾ ਰੋਲ ਆਹੀ ਹੋਣਾ ਚਾਹੀਦਾ, ਇੰਡੀਪੈਂਡੈਂਟ ਥਿੰਕਿੰਗ ਵਾਲਾ B ਆਂਸਰ ਹੋਊਗਾ। ਠੀਕ, ਅੱਗੇ ਚੱਲਦੇ ਨੈਕਸਟ ਕੁਐਸਚਨ ਤੁਹਾਡੇ ਅੱਗੇ ਕੀ ਬੋਲ ਰਹੇ ਨੇ, ਕਹਿੰਦੇ ਕੰਜ਼ਰਵੇਸ਼ਨ ਐਂਡ ਕਲਾਸੀਫਿਕੇਸ਼ਨ ਫਾਲਸ ਅੰਡਰ ਵਿਚ ਕੈਟਾਗਰੀ ਆਫ ਜੀਨ ਪਿਆਜੇ। ਦੇਖੋ ਜੀਨ ਪਿਆਜੇ ਦੀ ਜਿਹੜੀ ਥਿਊਰੀ ਸੀ ਨਾ, ਉਹਦੇ ਚਾਰ ਸਟੇजेस ਸੀਗੀਆਂ ਉਹਦੀਆਂ, S, T, C ਐਂਡ F। ਇਹਦਾ ਕੋਈ ਵੀ ਨਿਮੋਨਿਕ ਬਣਾ ਲਿਓ ਜਾਂ ਫਿਰ ਮੈਂ ਰੈਡੀ ਕਰਕੇ ਤੁਹਾਨੂੰ ਦੱਸ ਦੂੰਗੀ ਕੋਈ ਨਿਮੋਨਿਕ, ਜਿਹਦੇ ਨਾਲ ਤੁਸੀਂ ਨਾ ਭੁੱਲੋ ਨਾ, ਕਿਉਂਕਿ ਬਹੁਤ ਇੰਪੋਰਟੈਂਟ ਥਿਊਰੀ ਹੈ। ਇਹਦਾ ਸੀਕੁਐਂਸ ਵੀ ਜਿਹੜਾ ਹੈ, ਸੀਕੁਐਂਸ ਵੀ ਐਜ਼ ਇਟ ਇਜ਼ ਪੁੱਛਿਆ ਜਾਂਦਾ ਹੈ ਪੇਪਰ ਦੇ ਵਿੱਚ, ਠੀਕ ਹੈ। ਤਾਂ ਹੁਣ ਜਿਸ ਤਰ੍ਹਾਂ ਕੁਐਸਚਨ ਆਇਆ ਉਸ ਅਕੋਰਡਿੰਗ ਫਿਰ ਆਪਾਂ ਐਕਸਪਲੇਨੇਸ਼ਨ ਹੈ ਤੁਹਾਨੂੰ ਜਿਹੜੀ ਦੇਵਾਂਗੇ। ਹੁਣ ਪਹਿਲੀ ਸੈਂਸਰੀ ਮੋਟਰ ਹੈ, ਠੀਕ ਹੈ, ਪ੍ਰੀ ਆਪਰੇਸ਼ਨਲ, ਕੰਕਰੀਟ ਤੇ ਫਾਰਮਲ ਆਪਰੇਸ਼ਨਲ, ਠੀਕ ਹੈ। ਹੁਣ ਜਿਹੜੀ ਕੰਜ਼ਰਵੇਸ਼ਨ ਤੇ ਕਲਾਸੀਫਿਕੇਸ਼ਨ ਹੈ ਨਾ, ਉਹ ਕੰਕਰੀਟ ਆਪਰੇਸ਼ਨਲ ਦੇ ਵਿੱਚ ਆਊਗੀ। ਹੁਣ ਆ 4 ਸਟੇजेस ਨੇ, ਠੀਕ ਹੈ। ਹੁਣ ਜਿਹੜੀ ਆ ਦੇਖੋ ਕੰਕਰੀਟ ਦੇ ਵਿੱਚ ਲਿਖਿਆ ਵੀ ਹੋਇਆ ਕੰਜ਼ਰਵੇਸ਼ਨ। ਦੇਖੋ ਕੰਜ਼ਰਵੇਸ਼ਨ ਕੀ ਚੀਜ਼ ਹੁੰਦੀ ਹੈ ਨਾ, ਜਦੋਂ ਇੱਕ ਬੱਚਾ 2 ਤੋਂ 6 ਸਾਲ ਦਾ ਹੁੰਦਾ, 2 to 6 ਇਅਰਸ, ਉਸ ਟਾਈਮ ਤੇ ਪ੍ਰੀ ਆਪਰੇਸ਼ਨਲ ਦੂਸਰੀ ਸਟੇਜ ਦੇ ਵਿੱਚ ਮੈਂ ਗੱਲ ਕਰੂੰਗੀ, ਠੀਕ ਹੈ। ਤਾਂ ਫਿਰ ਵੈਸੇ ਤਾਂ ਅਗਰ ਮੈਂ ਤੁਹਾਨੂੰ ਦੱਸਾਂ ਜੀਨ ਪਿਆਜੇ ਦੇ ਅਕੋਰਡਿੰਗਲੀ ਇਹ ਸੀਗਾ ਕਿ ਜਿਹੜਾ ਬੱਚਾ ਹੈ ਉਹ ਡਿਵੈਲਪ ਕਰੂਗਾ, ਮਤਲਬ ਜਦੋਂ ਉਹਦੀ ਡਿਵੈਲਪਮੈਂਟ ਹੋਊਗੀ ਉਹ ਸਾਰੇ ਸਟੇजेस ਦੇ ਵਿੱਚ ਉਹਦੀ ਪਾਸ ਔਨ ਕਰੂਗਾ। ਉਹਨਾਂ ਦਾ ਕਹਿਣਾ ਇਹ ਸੀ। ਤੇ ਇੱਕ ਚੀਜ਼ ਹੋਰ, ਕੋਈ ਵੀ ਸਟੇਜ ਨੂੰ ਸਕਿਪ ਨਹੀਂ ਕਰ ਸਕਦੇ। ਕੋਈ ਕੁਐਸਚਨ, 1-2 ਕੁਐਸਚਨ ਪ੍ਰੀਵੀਅਸ ਈਅਰ ਏਦਾਂ ਦੇ ਵੀ ਆਏ ਹੋਏ ਨੇ, ਉਹਨਾਂ ਨੇ ਲਿਖਿਆ ਹੋਇਆ ਹੈ ਕਿ ਜੀਨ ਪਿਆਜੇ ਦੇ ਅਕੋਰਡਿੰਗਲੀ ਜਿਹੜੀ ਹੈ ਡਿਵੈਲਪਮੈਂਟ ਕੀ ਹੈ, ਰੈਗੂਲਰ ਹੈ, ਯੂਨੀਡਾਇਮੈਂਸ਼ਨਲ ਹੈ, ਜਾਂ ਫਿਰ ਏਦਾਂ ਪੁੱਛ ਸਕਦੇ ਨੇ ਕਿ ਕੋਈ ਵੀ ਸਟੇਜ ਤੁਸੀਂ ਸਕਿਪ ਨਹੀਂ ਕਰ ਸਕਦੇ, ਸਾਰੀ ਸਟੇजेस ਇੰਪੋਰਟੈਂਟ ਨੇ। ਤਾਂ ਉਹਦਾ ਆਂਸਰ ਉਹੀ ਹੋਊਗਾ ਅਗਰ ਪੁੱਛਦੇ ਨੇ। ਤਾਂ ਪ੍ਰੀ ਆਪਰੇਸ਼ਨਲ ਦੇ ਵਿੱਚ ਹੋਊਗਾ ਕਿ ਇਹਦੇ ਵਿੱਚ ਹੋਊਗਾ ਕਿ ਜਿਹੜਾ ਬੱਚਾ ਹੈ ਉਹਦੇ ਵਿੱਚ ਨਾ ਆਪਾਂ ਕਹਿ ਸਕਦੇ ਹਾਂ ਸੈਂਟਰੇਸ਼ਨ ਬੋਲ ਸਕਦੇ ਹਾਂ ਕਿ ਸੈਂਟਰੇਸ਼ਨ ਹੋਗੀ, ਮਤਲਬ ਜਿਹੜਾ ਬੱਚਾ ਹੋਊਗਾ ਨਾ ਇੱਕੋ ਹੀ ਚੀਜ਼ ਦੇ ਇੱਕੋ ਹੀ ਪਰਸਪੈਕਟਿਵ ਨੂੰ ਦੇਖੂਗਾ। ਅਗਰ ਮੈਂ ਤੁਹਾਨੂੰ ਕੋਈ ਐਗਜ਼ਾਮਪਲ ਦੇਵਾਂ, ਸਪੋਜ਼ ਕੋਈ ਬੋਟਲ ਦੀ ਐਗਜ਼ਾਮਪਲ ਲੈ ਲਓ ਹਨਾ, ਜਾਂ ਫਿਰ ਬੋਟਲ ਦੀ ਐਗਜ਼ਾਮਪਲ ਲੈ ਲਓ, ਸਪੋਜ਼ ਉਹਦੇ ਵਿੱਚ ਜੂਸ ਜਾਂ ਲਿਕੁਇਡ ਹੈ ਕੋਈ, ਠੀਕ ਹੈ, ਬੱਚੇ ਨੂੰ ਇੰਨਾ ਪਤਾ ਬਸ ਵੀ ਇਹ ਬੋਟਲ ਹੈ, ਠੀਕ ਹੈ, ਹੋਰ ਉਹਦਾ ਕੋਈ ਪਰਸਪੈਕਟਿਵ ਨਹੀਂ ਦੇਖ ਰਿਹਾ, ਨਾ ਉਹਦੇ ਕਲਰ ਕਨੀ ਦੇਖ ਰਿਹਾ, ਨਾ ਉਹਦੇ ਵਿੱਚ ਕੀ ਚੀਜ਼ ਦਾ ਕੰਟੈਂਟ ਕੀ ਪਾਇਆ ਹੋਇਆ, ਕਿੰਨਾ ਕੰਟੈਂਟ ਹੈ ਹਨਾ, ਉਹਦਾ ਕੈਪ ਦਾ ਕਲਰ ਐਂਡ ਆਲ, ਉਹ ਹਰ ਇੱਕ ਪਰਸਪੈਕਟਿਵ ਨਹੀਂ ਦੇਖ ਰਿਹਾ, ਮਤਲਬ ਇੱਕੋ ਹੀ ਦਿਸ਼ਾ ਵੱਲ ਜਾ ਰਿਹਾ, ਇੱਕੋ ਹੀ ਪਰਸਪੈਕਟਿਵ ਦੇਖ ਰਿਹਾ, ਬਾਕੀ ਸਾਰੇ ਪਰਸਪੈਕਟਿਵਸ ਉਹ ਨਹੀਂ ਦੇਖ ਪਾ ਰਿਹਾ। ਕਿਉਂ ਨਹੀਂ ਦੇਖ ਪਾ ਰਿਹਾ? ਕਿਉਂਕਿ ਸੈਂਟਰੇਸ਼ਨ ਹੈ, ਇੱਕੋ ਹੀ ਚੀਜ਼ ਕਨੀ ਧਿਆਨ ਹੈ। ਇਸ ਕਰਕੇ ਵਿਦ ਦ ਏਜ ਹੌਲੀ ਹੌਲੀ ਉਹਨੂੰ ਕੀ ਲੱਗੂਗਾ, ਮਤਲਬ ਹੌਲੀ ਹੌਲੀ ਡੀਸੈਂਟਰੇਸ਼ਨ ਹੋ ਜੂਗੀ, ਫਿਰ ਉਹਦੇ ਵਿੱਚ ਕੰਜ਼ਰਵੇਸ਼ਨ ਆਉਣ ਲੱਗ ਜੂਗੀ। ਕੰਜ਼ਰਵੇਸ਼ਨ ਆਊਗੀ 7 to 12 ਈਅਰ ਦੀ ਏਜ ਦੇ ਵਿੱਚ, ਕੰਕਰੀਟ ਆਪਸ਼ਨਲ ਦੀ ਸਟੇਜ ਦੇ ਵਿੱਚ। ਹੁਣ ਇਹਦੇ ਵਿੱਚ ਕੀ ਹੋਊਗਾ, ਅਗਰ ਮੈਂ ਇਹੀ ਸਟੇਜ ਦੇ ਵਿੱਚ ਹੀ ਗੱਲ ਕਰਾਂ, ਪ੍ਰੀ ਆਪਰੇਸ਼ਨਲ ਦੇ ਵਿੱਚ ਹੀ ਸੈਂਟਰੇਸ਼ਨ ਹੈ ਬੱਚੇ ਦੇ ਵਿੱਚ, ਠੀਕ, ਉਹਨੂੰ ਬੱਚੇ ਨੂੰ ਏਦਾਂ ਲੱਗਦਾ ਕਿ ਨਾ ਜਿਹੜੀ ਅਗਰ ਆਪਾਂ ਗੱਲ ਕਰਦੇ ਸਾਈਜ਼ ਚੇਂਜ ਕਰਨ ਦੇ ਨਾ ਸ਼ੇਪ ਵੀ ਚੇਂਜ ਹੁੰਦੀ ਹੈ। ਸਪੋਜ਼ ਦੈਟ ਤੁਸੀਂ ਇੱਕ ਬਾਉਲ ਲੈ ਲਓ, ਇੱਕ ਗਲਾਸ ਲੈ ਲਓ, ਕਾਫੀ ਵੱਡਾ ਗਲਾਸ ਲੈ ਲਓ ਹਨਾ, ਜਾਂ ਫਿਰ ਜੱਗ ਲੈ ਲਓ, ਦੋਨਾਂ ਦੇ ਵਿੱਚ ਪਾਣੀ ਪਾਤਾ, ਠੀਕ ਹੈ, ਬੱਚੇ ਨੂੰ ਏਦਾਂ ਲੱਗਦਾ ਕਿ ਬਾਉਲ ਛੋਟਾ ਹੈ, ਜੱਗ ਵੱਡਾ ਹੈ, ਪਾਣੀ ਦੀ ਅਮਾਊਂਟ ਸੇਮ ਹੈ, ਮਤਲਬ
ਅਗਰ ਆਪਾਂ ਅਮਾਉਂਟ ਦੀ ਗੱਲ ਕਰੀਏ, ਕੁਆਂਟੀਟੀ ਸੇਮ, ਮੈਨੂੰ ਏਦਾਂ ਲੱਗਦਾ ਕਿ ਬਾਉਲ ਜਾਂ ਫਿਰ ਗਲਾਸ ਦੇ ਵਿੱਚ, ਗਲਾਸ ਦਾ ਸਾਈਜ਼ ਵੱਡਾ ਹੋ ਗਿਆ ਤਾਂ ਉਹਦੇ ਵਿੱਚ ਜ਼ਿਆਦਾ ਪਾਣੀ ਹੋ ਗਿਆ, ਉਹਨੂੰ ਏਦਾਂ ਲੱਗਦਾ ਹੈ। ਬਟ ਏਦਾਂ ਨਹੀਂ ਹੁੰਦਾ ਕਿ ਸ਼ੇਪ ਚੇਂਜ ਕਰਨ ਦੇ ਨਾਲ ਕੁਆਂਟੀਟੀ ਚੇਂਜ ਹੋ ਜੂਗੀ, ਜੋ ਕਿ ਬੱਚੇ ਨੂੰ ਲੱਗਦਾ। ਠੀਕ, ਤਾਂ ਉਹੀ ਚੀਜ਼ ਇੱਥੇ ਜਿਹੜਾ ਉਹਦਾ ਵਹਿਮ ਹੈ ਮਿਟ ਜਾਂਦਾ ਹੈ। ਮਤਲਬ ਕੰਕਰੀਟ ਦੇ ਵਿੱਚ ਉਹਨੂੰ ਫਿਰ ਪਤਾ ਲੱਗ ਜਾਂਦਾ ਹੈ, ਉਹਦੇ ਵਿੱਚ ਕੰਜ਼ਰਵੇਸ਼ਨ ਆ ਜੂਗੀ ਜਦੋਂ ਜਿਵੇਂ ਜਿਵੇਂ ਵਿਦ ਦ ਏਜ ਉਹਦੇ ਵਿੱਚ ਕੰਕਰੀਟ ਆਪਰੇਸ਼ਨਲ ਸਟੇਜ ਮਤਲਬ 7 ਤੋਂ 12 ਸਾਲ ਦਾ ਹੋਊਗਾ, ਉਹਨੂੰ ਇਹ ਚੀਜ਼ ਪਤਾ ਲੱਗ ਜੂਗੀ ਕਿ ਹਾਂ ਅਗਰ ਜਦੋਂ ਵੀ ਆਪਾਂ ਸ਼ੇਪ ਚੇਂਜ ਕਰੀਏ ਤਾਂ ਉਹਦੇ ਨਾਲ ਕੁਆਂਟੀਟੀ ਸੇਮ ਰਹੂਗੀ, ਕੁਆਂਟੀਟੀ ਚੇਂਜ ਨਹੀਂ ਹੋਊਗੀ। ਉਹ ਸਾਰੇ ਪਰਸਪੈਕਟਿਵ ਦੇਖਣ ਲੱਗ ਜੂਗਾ ਹਰੇਕ ਚੀਜ਼ ਹੈ। ਮੈਂ ਮੈਂਸ਼ਨ ਵੀ ਕੀਤਾ ਹੋਇਆ ਕੰਜ਼ਰਵੇਸ਼ਨ ਮਤਲਬ ਆਈ ਹੁੰਦਾ ਹੈ ਕਿ ਉਹਨੂੰ ਇਹ ਚੀਜ਼ ਦੀ ਰਿਅਲਾਈਜ਼ੇਸ਼ਨ ਹੋ ਜੂਗੀ, ਉਹਨੂੰ ਸਮਝ ਆ ਜੂਗੀ ਵਿਦ ਦ ਟਾਈਮ ਜਦੋਂ ਇਹ ਸਟੇਜ ਦੇ ਵਿੱਚ ਐਂਟਰ ਕਰੂਗਾ ਕਿ ਹਮੇਸ਼ਾ ਜਿੱਦਾਂ ਵੀ ਇਹ ਪਾਣੀ ਦੀ ਗੱਲ ਕਰ ਰਹੇ ਨੇ, ਠੀਕ ਹੈ, ਅਗਰ ਪਾਣੀ ਦੀ ਅਮਾਉਂਟ ਸੇਮ ਹੈ ਕਿਸੇ ਵੀ ਚੀਜ਼ ਦੇ ਵਿੱਚ ਪਾ ਲਓ, ਸ਼ੇਪ ਸੇਮ ਰਹੂਗੀ, ਮਤਲਬ ਨॉट ਸ਼ੇਪ, ਕੁਆਂਟੀਟੀ ਉਹਦੀ ਹਮੇਸ਼ਾ ਸੇਮ ਰਹੂਗੀ। ਐਦਾਂ ਨਹੀਂ ਹੁੰਦਾ ਕਿ ਅਗਰ ਵੱਡੀ ਚੀਜ਼ ਹੈ ਤਾਂ ਪਾਣੀ ਦੀ ਅਮਾਉਂਟ ਜ਼ਿਆਦਾ ਹੋਊਗੀ, ਜੋ ਕਿ ਬੱਚਿਆਂ ਨੂੰ ਪਹਿਲਾਂ ਲੱਗਦਾ ਸੀ ਇਹ ਵਾਲੀ ਸਟੇਜ ਦੇ ਵਿੱਚ, ਪ੍ਰੀ ਦੇ ਵਿੱਚ, ਤਾਂ ਉਹਦੇ ਵਿੱਚ ਕੰਜ਼ਰਵੇਸ਼ਨ ਆ ਜੂਗੀ। ਠੀਕ ਹੈ, ਕੰਜ਼ਰਵੇਸ਼ਨ ਐਂਡ ਇੱਕ ਚੀਜ਼ ਹੋਰ ਹੈ ਕਲਾਸੀਫਿਕੇਸ਼ਨ, ਉਹ ਵੀ ਬੱਚੇ ਨਾਲ ਇਹ ਵਾਲੀ ਸਟੇਜ ਦੇ ਵਿੱਚ ਆਊਗੀ। ਤਿੰਨੋਂ ਹੀ ਚੀਜ਼ਾਂ, ਇੱਕ ਚੀਜ਼ ਹੋਰ ਹੁੰਦੀ ਹੈ CCS ਕਰਕੇ ਹੁੰਦਾ ਹੈ, ਕੰਜ਼ਰਵੇਸ਼ਨ, ਕਲਾਸੀਫਿਕੇਸ਼ਨ ਐਂਡ ਸੀਰੀਏਸ਼ਨ। ਠੀਕ ਹੈ, ਏਦਾਂ ਯਾਦ ਕਰ ਲਿਓ। ਕੰਜ਼ਰਵੇਸ਼ਨ ਤੁਹਾਨੂੰ ਮੈਂ ਦੱਸਤਾ, ਨੈਕਸਟ ਆ ਗਿਆ ਕਲਾਸੀਫਿਕੇਸ਼ਨ, ਮਤਲਬ ਕਲਾਸੀਫਾਈ ਕਰਨਾ। ਬੱਚਾ ਪ੍ਰੋਪਰ ਸਿੱਖ ਜੂਗਾ 7 ਤੋਂ 12 ਸਾਲ ਦੀ ਏਜ ਦੇ ਵਿੱਚ ਕਿ ਹਾਂ ਕਿੱਦਾਂ ਚੀਜ਼ਾਂ ਨੂੰ ਪ੍ਰੋਪਰ ਕਲਾਸੀਫਾਈ ਕਰਨਾ। ਠੀਕ ਹੈ, ਮਤਲਬ ਲਾਰਜਰ ਆਬਜੈਕਟਸ ਕਿਹੜੇ ਨੇ, ਛੋਟੇ ਕਿਹੜੇ ਨੇ, ਉਹਨੂੰ ਪ੍ਰੋਪਰ ਸੀਕੁਐਂਸ ਸਿੱਖ ਜੂਗਾ। ਸੀਰੀਏਸ਼ਨ ਮਤਲਬ ਵੀ ਉਹੀ ਚੀਜ਼ ਹੋਊਗੀ, ਸੀਰੀਜ਼ ਦੇ ਵਿੱਚ ਚੀਜ਼ਾਂ ਨੂੰ ਸੀਰੀਜ਼ ਦੇ ਵਿੱਚ ਲਾਣਾ ਸਿੱਖ ਜੂਗਾ ਕਿ ਪਹਿਲਾਂ ਕਿਹੜੀ ਚੀਜ਼ ਆਊਗੀ, ਉਸ ਤੋਂ ਬਾਅਦ ਕਿਹੜੀ ਚੀਜ਼ ਆਊਗੀ। ਪ੍ਰੋਪਰ ਸੀਰੀਜ਼, ਪ੍ਰੋਪਰ ਕਲਾਸੀਫਿਕੇਸ਼ਨ ਦੇ ਵਿੱਚ, ਪ੍ਰੋਪਰ ਕੰਜ਼ਰਵੇਸ਼ਨ ਉਹਦੇ ਵਿੱਚ ਆਊਗੀ ਕਦੋਂ, ਕੰਕਰੀਟ ਆਪਰੇਸ਼ਨਲ ਸਟੇਜ ਦੇ ਵਿੱਚ। ਇਹ ਚੀਜ਼ਾਂ ਦਾ ਧਿਆਨ ਰੱਖੋਗੇ। ਇੱਕ ਨਾ ਟਰਮਸ ਹੁੰਦੀਆਂ ਨੇ, ਠੀਕ ਹੈ, ਜਿਸ ਤਰ੍ਹਾਂ ਸਪੋਜ਼ ਦੈਟ ਆਬਜੈਕਟ ਪਰਮਾਨੈਂਸੀ ਕਿਹੜੀ ਸਟੇਜ ਦੇ ਵਿੱਚ ਆਊਗਾ, ਇਹ ਸਾਰੀਆਂ ਜਿਹੜੀਆਂ ਹੈਗੀਆਂ ਨੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜੀ ਸਟੇਜ ਦੇ ਵਿੱਚ ਕੀ ਚੀਜ਼ ਆਊਗੀ। ਉਹਦੀ ਐਗਜ਼ਾਮਪਲ ਦੇ ਬੇਸਿਸ ਦੇ ਉੱਪਰ ਸਟੇਟਮੈਂਟ ਬਣਾਉਣਗੇ, ਐਦਾਂ ਡਾਇਰੈਕਟ ਨਹੀਂ ਪੁੱਛਦੇ ਤੁਹਾਨੂੰ ਕੰਜ਼ਰਵੇਸ਼ਨ ਕਿਹਦੇ ਵਿੱਚ ਆ ਗਿਆ। ਪੁੱਛ ਵੀ ਸਕਦੇ ਨੇ, ਕੰਜ਼ਰਵੇਸ਼ਨ ਦੀ ਇੱਕ ਐਗਜ਼ਾਮਪਲ ਦੇ ਦੇਣਗੇ ਕਿ ਸਪੋਜ਼ ਦੈਟ ਇੱਕ ਬੱਚਾ ਹੈ, ਠੀਕ ਹੈ, ਸਪੋਜ਼ ਉਹਨਾਂ ਨੇ ਕਹਿਤਾ ਇੱਕ ਆਪਾਂ ਬਾਉਲ ਦੇ ਵਿੱਚ ਪਾਣੀ ਲੈ ਲਿਆ, ਇੱਕ ਆਪਾਂ ਜੱਗ ਦੇ ਵਿੱਚ ਲੈ ਲਿਆ, ਜਾਂ ਫਿਰ ਸਪੋਜ਼ ਦੈਟ ਇੱਕ ਗਲਾਸ ਦੇ ਵਿੱਚ ਲੈ ਲਿਆ। ਠੀਕ, ਤਾਂ ਫਿਰ ਉਹ ਕਹਿਣਗੇ ਸਾਈਜ਼ ਚੇਂਜ ਹੋਣ ਦੇ ਨਾਲ ਪਾਣੀ ਦੀ ਅਮਾਉਂਟ ਵੀ ਸੇਮ ਰਹਿੰਦੀ ਹੈ, ਚੇਂਜ ਨਹੀਂ ਹੁੰਦੀ। ਤਾਂ ਇਹ ਜਿਹੜੀ ਥਿੰਕਿੰਗ ਹੈ ਜਾਂ ਫਿਰ ਇਦਾਂ ਦੀ ਮਤਲਬ ਨੌਲੇਜ ਬੱਚਿਆਂ ਨੂੰ ਕਿਹੜੀ ਏਜ ਦੇ ਵਿੱਚ ਆਈ, ਕਿਹੜੀ ਸਟੇਜ ਦੇ ਵਿੱਚ ਆ ਚੁੱਕੀ ਹੈ, ਤਾਂ ਉਹਦਾ ਆਨਸਰ ਕੰਕਰੀਟ ਹੋਊਗਾ। ਕਨਸੈਪਟ ਨੂੰ ਐਗਜ਼ਾਮਪਲ ਦੇ ਨਾਲ ਵੀ ਸਮਝਿਓ, ਰੱਟਾ ਨਹੀਂ ਲਾਣਾ ਤੁਸੀਂ, ਕਿਉਂਕਿ ਕਨਸੈਪਟ ਮੈਂ ਤੁਹਾਨੂੰ ਸਾਰਾ ਰੈਡੀ ਕਰਤਾ, ਸਮਝਾਤਾ। ਠੀਕ, ਤਾਂ ਫਿਰ ਇਹਦਾ ਆਨਸਰ ਜਿਹੜਾ ਹੋਊਗਾ ਉਹ ਆਊਗਾ C, ਕੰਕਰੀਟ ਆਪਰੇਸ਼ਨ। ਅੱਗੇ ਚੱਲਦੇ ਹਾਂ, 4th ਕੁਐਸਚਨ। ਕੀ ਕਿਹਾ ਇਹਨਾਂ ਨੇ, असर्शन ਤੇ ਰੀਜ਼ਨਿੰਗ ਦੇ ਕੁਐਸਚਨ ਬਹੁਤ ਜ਼ਿਆਦਾ ਪੁੱਛਦੀ ਹੈ ਪੀਐਸ ਟੈਟ। ਠੀਕ ਹੈ, ਮਤਲਬ ਅਗਰ ਮੈਂ ਕਹਾਂ ਥੋੜਾ ਡਿਫਿਕਲਟ ਹੋ ਸਕਦਾ, ਇਸ ਵਾਰ ਦਾ ਲੈਵਲ ਥੋੜਾ ਔਖਾ ਹੋਵੇ ਕਿਉਂਕਿ ਆਬਵੀਅਸਲੀ ਵਿਦ ਦ ਟਾਈਮ ਥੋੜਾ ਲੈਵਲ ਇਨਕਰੀਜ਼ ਕਰਦੇ ਜਾਂਦੇ ਨੇ। ਅ ਟੀਚਰ ਸ਼ੁਡ ਅਵੋਇਡ ਯੂਜ਼ਿੰਗ ਸਟੈਂਡਰਡਾਈਜ਼ਡ standardized curriculum in classroom comprising students from diverse socio-economic background। ਬਿਲਕੁਲ ਠੀਕ ਹੈ, ਇੱਕ ਟੀਚਰ ਨੂੰ ਸਟੈਂਡਰਡਾਈਜ਼ਡ curriculum, ਸਟੈਂਡਰਡ curriculum ਜਿਹੜੀ ਆਪਾਂ ਗੱਲ ਕੀਤੀ ਸੀ, ਜਾਂ ਫਿਕਸ curriculum ਜਿਹੜਾ ਹੈ ਕੰਟੈਂਟ ਹੈ ਉਹ ਅਵੋਇਡ ਕਰਨਾ ਚਾਹੀਦਾ। ਠੀਕ ਹੈ, ਤਾਂ ਕਿ ਜਿਹੜੇ ਬੱਚੇ ਡਾਈਵਰਸ ਸੋਸ਼ੀਓ ਬੈਕਗ੍ਰਾਉਂਡ ਦੇ ਵਿੱਚ ਨੇ ਉਹਨਾਂ ਦੇ ਵਾਸਤੇ। ਤਾਂ ਬਿਲਕੁਲ ਠੀਕ ਆਪਸ਼ਨ ਆ ਗਈ ਹੈ, ਬਿਲਕੁਲ ਠੀਕ ਕਹਿ ਰਹੇ ਨੇ ਇਹ। ਠੀਕ ਹੈ, ਅੱਗੇ ਵਾਲੀ ਆਪਸ਼ਨ ਦੇਖ ਲੈਂਦੇ ਆ। ਅੱਗੇ ਵਾਲੀ ਆਪਸ਼ਨ ਕੀ ਹੈ, ਆਪਾਂ ਹੁਣੇ ਗੱਲ ਕਰਕੇ ਹਟੇ ਸੀ ਨਾ ਕਿ ਜਿੱਥੇ ਤੁਹਾਨੂੰ ਫਿਕਸ ਕਿਊਰੀਕੁਲਮ ਜਾਂ ਸਟੈਂਡਰਡਾਈਜ਼ਡ ਕਿਊਰੀਕੁਲਮ ਦੀ ਸਟੈਂਡਰਡ ਕਿਊਰੀਕੁਲਮ ਫਿਕਸ ਦੀ ਗੱਲ ਕਰਦੇ ਹੋ, ਤਾਂ ਫਿਰ ਉਹ ਚੀਜ਼ ਤੋਂ ਤੁਸੀਂ ਬਚੋਗੇ ਕਿਉਂਕਿ ਕਿਊਰੀਕੁਲਮ ਤੁਹਾਡਾ ਫਲੈਕਸੀਬਲ ਹੋਣਾ ਚਾਹੀਦਾ ਤਾਂ ਕਿ ਬੱਚਿਆਂ ਦੇ ਅਕੋਰਡਿੰਗਲੀ ਉਹਦੇ ਵਿੱਚ ਚੇਂਜਸ ਆ ਸਕਣ, ਟੌਪਿਕਸ ਐਡ ਆਨ ਕੀਤੇ ਜਾ ਸਕਣ। ਤਾਂ ਬਿਲਕੁਲ ਠੀਕ ਹੈ, ਆਪਸ਼ਨ ਠੀਕ ਹੋਗੀ। ਫਿਰ ਉਸ ਤੋਂ ਬਾਅਦ ਚਿਲਡਰਨ ਲਰਨ ਬੈਸਟ ਵੈਨ ਦੇ ਆਰ ਐਕਸਟ੍ਰਿੰਸਿਕਲੀ ਮੋਟੀਵੇਟਿਡ ਟੂ ਲਰਨ। ਦੇਖੋ, ਦੋ ਤਰ੍ਹਾਂ ਦੀ ਮੋਟੀਵੇਸ਼ਨ ਹੁੰਦੀ ਹੈ, ਐਕਸਟ੍ਰਿੰਸਿਕ ਐਂਡ ਇੰਟ੍ਰਿੰਸਿਕ। ਇੱਕ ਤਾਂ ਹੋਗੀ ਇੰਟ੍ਰਿੰਸਿਕ, ਇੱਕ ਹੋਗੀ ਐਕਸਟ੍ਰਿੰਸਿਕ। ਇੰਟ੍ਰਿੰਸਿਕ ਮਤਲਬ ਕੀ ਹੋਗਾ, ਇੰਟ੍ਰਿੰਸਿਕ ਮਤਲਬ ਇੰਟਰਨਲ, ਐਕਸਟ੍ਰਿੰਸਿਕ ਮਤਲਬ ਬਾਹਰ, ਬਾਹਰੀ ਤੌਰ ਤੇ। ਇੰਟ੍ਰਿੰਸਿਕ ਹੋਗੀ ਇੰਟਰਨਲ, ਮਤਲਬ ਖੁਦ ਤੋਂ ਜਿਹੜੀ ਮੋਟੀਵੇਸ਼ਨ ਬੱਚਾ ਲਊਗਾ, ਅੰਦਰੋਂ ਮੋਟੀਵੇਸ਼ਨ ਆਊਗੀ, ਉਹ ਇੰਟ੍ਰਿੰਸਿਕ ਹੋਗੀ। ਐਕਸਟ੍ਰਿੰਸਿਕ ਹੋਗੀ ਬਾਹਰੋਂ, ਬਾਹਰੋਂ ਕੋਈ ਵੀ ਸੋਰਸ ਹੋ ਸਕਦਾ, ਇੱਕ ਟੀਚਰ ਹੋ ਸਕਦਾ ਤੁਹਾਡਾ ਕੋਈ ਗਾਈਡਰ ਹੋਵੇ, ਠੀਕ ਹੈ, ਕੋਈ ਤੁਹਾਡਾ ਰੋਲ ਮਾਡਲ ਹੋਵੇ, ਤੁਸੀਂ ਜਿਹੜੀ ਮੋਟੀਵੇਸ਼ਨ ਵਾਲੀ ਵੀਡੀਓਜ਼ ਦੇਖਦੇ ਹੋ, ਇਹ ਸਭ ਕੁਝ ਐਕਸਟ੍ਰਿੰਸਿਕ ਮੋਟੀਵੇਸ਼ਨ ਦੇ ਵਿੱਚ ਆ ਜਾਊਗੀ। ਠੀਕ ਹੈ, ਹਮੇਸ਼ਾ ਇੰਟ੍ਰਿੰਸਿਕ ਮੋਟੀਵੇਸ਼ਨ ਸਭ ਤੋਂ ਬੈਸਟ ਹੁੰਦੀ ਹੈ। ਪੈਡਾਗੋਜੀ ਵੀ ਇਹੀ ਬੋਲਦੀ ਹੈ ਕਿ ਯੂ ਸ਼ੁਡ ਮੂਵ ਟੂਵਰਡਸ ਇੰਟ੍ਰਿੰਸਿਕ ਮੋਟੀਵੇਸ਼ਨ, ਮਤਲਬ ਕਿ ਅੰਦਰੋਂ ਜਿਹੜੀ ਮੋਟੀਵੇਸ਼ਨ ਆਉਂਦੀ ਹੈ ਉਹ ਚੀਜ਼ ਬੈਸਟ ਹੁੰਦੀ ਹੈ। ਠੀਕ ਹੈ, ਬਾਹਰੋਂ ਤੁਸੀਂ ਕਿੰਨਾ ਟਾਈਮ ਤੱਕ, obviously ਅਗਰ ਆਪਾਂ ਪ੍ਰੈਕਟੀਕਲੀ ਗੱਲ ਕਰੀਏ, ਕਿੰਨਾ ਟਾਈਮ ਤੱਕ ਤੁਸੀਂ ਮੋਟੀਵੇਸ਼ਨ ਲਓਗੇ, ਕਿਤੇ ਨਾ ਕਿਤੇ ਵਿਦ ਦਾ ਟਾਈਮ ਅਗਰ ਆਪਾਂ ਦੇਖੀਏ ਉਹ ਚੀਜ਼ ਦੁਬਾਰਾ ਤੋਂ ਹੀ ਫਿਰ ਬੰਦਾ ਡੀਮੋਟੀਵੇਟ ਹੋਣ ਲੱਗ ਜਾਂਦਾ। ਜਿੰਨਾ ਟਾਈਮ ਤੱਕ ਤੁਸੀਂ ਅੰਦਰੋਂ ਖੁਦ ਤੋਂ ਨਹੀਂ ਤੁਹਾਨੂੰ ਪਤਾ, ਖੁਦ ਤੋਂ ਮੋਟੀਵੇਟ ਹੋਣਾ ਸਿੱਖ ਕੇ, ਤੇ ਤੋਂ ਬੈਸਟ ਕੋਈ ਵੀ ਚੀਜ਼ ਨਹੀਂ ਹੈ ਅਕੋਰਡਿੰਗ ਟੂ ਮੀ। ਠੀਕ, ਤਾਂ ਫਿਰ ਅੱਗੇ ਦੇਖੋ, ਇਹਨਾਂ ਨੇ ਇਹ ਚੀਜ਼ ਲਿਖੀ ਹੋਈ ਹੈ ਕਿ ਐਕਸਟ੍ਰਿੰਸਿਕਲੀ ਮੋਟੀਵੇਟਡ, ਤਾਂ ਫਿਰ ਤੁਸੀਂ ਇਹਨੂੰ ਨੈਗੇਟਿਵ ਦੇ ਵਿੱਚ ਕਹੋਗੇ ਨਾ। ਆਪਾਂ ਤਾਂ ਇੰਟ੍ਰਿੰਸਿਕ ਮੋਟੀਵੇਸ਼ਨ ਜਿਹੜੀ ਅੰਦਰੋਂ ਆ ਰਹੀ ਉਹ ਚੀਜ਼ ਨੂੰ ਆਪਾਂ ਪ੍ਰਮੋਟ ਕਰਾਂਗੇ। ਤਾਂ ਇਹਦਾ ਆਨਸਰ ਆ ਜਾਊਗਾ C, A ਇਜ਼ ਟਰੂ। ਇਹ ਬਿਲਕੁਲ ਠੀਕ ਹੈ, ਬਟ ਜਿਹੜਾ ਆ ਰਿਹਾ ਹੈ ਉਹਦਾ ਰੀਜ਼ਨ ਹੈ
वो फॉल्स है, वो गलत हो गया। तो आगे चलते हैं नेक्स्ट क्वेश्चन। ओबीडियंस एंड पनिशमेंट, ओरिएंटेशन एंड म्यूचुअल एक्सचेंज ऑफ ओरिएंटेशन, टिट फॉर टैट fall under which level of कोहलबर्ग theory of moral development? कोहलबर्ग सर ने थ्योरी ਦਿੱਤੀ ਸੀ ਮੋਰਲ ਡਿਵੈਲਪਮੈਂਟ ਦੀ, ਠੀਕ ਹੈ। ਇਹਨਾਂ ਨੇ ਗੱਲ ਕੀਤੀ ਸੀ ਮੋਰਲਸ ਦੀ, ਗੱਲ ਕੀਤੀ ਸੀ ਪ੍ਰਿੰਸੀਪਲਸ ਦੀ, ਗੱਲ ਕੀਤੀ ਸੀ ਜਿਹੜੇ ਤੁਸੀਂ ਮੋਰਲ ਵੈਲਿਊਜ਼ ਸਿੱਖਦੇ ਹੋ ਆਪਣੇ ਪੈਰੈਂਟਸ ਤੋਂ, ਠੀਕ ਹੈ। ਤੁਹਾਨੂੰ ਸਕੂਲ ਦੇ ਵਿੱਚ ਵੀ ਸਿਖਾਈਆਂ ਜਾਂਦੀਆਂ ਨੇ। ਉਹੀ ਮੋਰਲ ਵੈਲਿਊਜ਼ ਦੀ ਜਿਹੜੀ ਗੱਲ ਹੈ ਅਲੱਗ-ਅਲੱਗ ਸਟੇजेस ਦੇ ਵਿੱਚ ਕੀਤੀ ਸੀ ਕੋਹਲਬਰਗ ਸਰ ਨੇ। ਇਹਨਾਂ ਦੇ ਸਟੇजेस ਨੇ ਜਿਹੜੀਆਂ 3 ਲੈਵਲ ਨੇ, ਪ੍ਰੀ ਕਨਵੈਨਸ਼ਨਲ, ਕਨਵੈਨਸ਼ਨਲ ਐਂਡ ਪੋਸਟ ਕਨਵੈਨਸ਼ਨਲ। 3 ਲੈਵਲ ਨੇ, 6 ਸਟੇजेस ਹੋਣਗੀਆਂ, मतलब हर एक लेवल ਦੇ ਵਿੱਚ 2-2 ਸਟੇजेस ਆ ਗਏ ਤਾਂ ਉਹ ਚੀਜ਼ ਹੋ ਜੂਗੀ। ਅੱਗੇ ਚੱਲਦੇ ਹਾਂ, ਠੀਕ ਹੈ। ਇਹਦਾ ਆਨਸਰ ਹੋਊਗਾ ਏ, ਪ੍ਰੀ ਕਨਵੈਨਸ਼ਨਲ। ਹੁਣ ਦੇਖੋ ਇਹ ਵਾਲੀ ਸਟੇਜ ਦੀ ਗੱਲ ਆਈ ਹੈ ਤਾਂ ਪ੍ਰੀ ਕਨਵੈਨਸ਼ਨਲ ਦੇ ਅੰਡਰ ਇਹ ਦੋਨੋਂ ਜਿਹੜੀਆਂ ਆਪਾਂ ਇਹਨਾਂ ਨੇ ਓਬੀਡੀਐਂਸ ਦੇ ਨਾਲ ਹੋਰ ਕਿਹੜੀ ਪੁੱਛੀ ਹੈ, ਟਿਟ ਫॉर ਟੈਟ ਵੀ ਪੁੱਛ ਲਈ। ਆਹ ਵਾਲੀ ਜਿਹੜੀਆਂ ਦੋ ਨੇ ਨਾ, ਆਹ ਪੁੱਛੀਆਂ ਹੋਈਆਂ ਨੇ। ਦੇਖੋ ਹਰੇਕ ਲੈਵਲ ਦੇ ਵਿੱਚ 2-2 ਸਟੇजेस ਨੇ, 3 ਲੈਵਲ ਹੋ ਗਏ, 6 ਸਟੇजेस ਹੋ ਗਏ। ਡਨ, ਇਹ ਚੀਜ਼ ਯਾਦ ਹੋਣੀ ਚਾਹੀਦੀ ਹੈ। ਪ੍ਰੀ ਕਨਵੈਨਸ਼ਨਲ ਦੇ ਵਿੱਚ ਕੀ ਆਊਗਾ, ਪਨਿਸ਼ਮੈਂਟ ਐਂਡ ਓਬੀਡੀਐਂਸ ਐਂਡ ਇੰਸਟਰੂਮੈਂਟਲ ਰਿਲੇਟਿਵਿਸਟ। ਹੁਣ ਇਹ ਧਿਆਨ ਰੱਖਿਓ, ਪਨਿਸ਼ਮੈਂਟ ਐਂਡ ਓਬੀਡੀਐंस मतलब होगा ਬੱਚਾ ਕੀ ਕਰੂਗਾ, ਡੰਡੇ ਕੇ ਡਰ ਸੇ ओबीडिएंट रहेगा, मतलब ਡੰਡੇ ਤੋਂ ਬਚਣ ਲਈ, ਪਨਿਸ਼ਮੈਂਟ ਤੋਂ ਬਚਣ ਲਈ ਉਹ ਕੀ ਕਰੂਗਾ, ਰੂਲਸ ਨੂੰ ਫੋਲੋ ਕਰੂਗਾ, ओबीडिएंट ਰਹੂਗਾ, ਠੀਕ ਹੈ। ਜਸਟ ਸਪੋਜ਼ ਦੈਟ ਜਿਸ ਤਰ੍ਹਾਂ ਫੈਮਿਲੀ ਦੇ ਵੀ ਆਪਣੇ ਰੂਲਸ ਹੁੰਦੇ ਨੇ ਜਾਂ ਕੁਝ ਵੀ ਹੈ ਨਾ, ਆਪਣੀ ਆਪਣੀ ਫੈਮਿਲੀ ਦਾ ਅਲੱਗ-ਅਲੱਗ ਹੁੰਦਾ ਹੈ। ਲੜਕੇ ਦੀ ਗੱਲ ਲਾ ਲਓ, ਬੋਲਦੀ ਹੈ ਕਿ ਵੀ 12 ਵਜੇ ਤੋਂ ਬਾਅਦ ਤੂੰ ਬਾਹਰ नहीं निकलेगा भाई, पेरेंट्स ने बोल दिया, ठीक है। माँ बाप ने कहता कि ठीक है, बच्चा छोटा है, गुरु की गल करते कि 12 बजे तो बाद तू बाहर नहीं जाएगा, ठीक। तो डंडे के डर से डंडे पड़ेंगे बेटा, पनिशमेंट तो बचन ਲਈ ਉਹ ਕੀ ਕਰੂਗਾ, ਰੂਲਸ ਨੂੰ ਫੋਲੋ ਕਰੂਗਾ, ਠੀਕ ਹੈ, ਕਰਨੇ ਹੀ ਪੈਣੇ। ਤਾਂ ਇਹ ਚੀਜ਼ ਹੋ ਜੂਗੀ ਕਿ ਐਗਜ਼ਾਮਪਲ ਹੈ ਪਨਿਸ਼ਮੈਂਟ ਐਂਡ ਓਬੀਡੀਐਂਸ ਓਰੀਐਂਟੇਸ਼ਨ, ਠੀਕ। ਉਸ ਤੋਂ ਬਾਅਦ ਇੰਸਟਰੂਮੈਂਟਲ ਰਿਲੇਟਿਵਿਸਟ ਨੂੰ ਮਿਊਚੁਅਲ ਐਕਸਚੇਂਜ ਵੀ ਕਹਿੰਦੇ। 2 ਨਾਮ ਨੇ, ਇਹ ਧਿਆਨ ਰੱਖ ਲਿਓ, ਕੋਈ ਵੀ ਨਾਮ ਪੁੱਛ ਸਕਦੇ ਨੇ। ਅਗਰ ਮਿਊਚੁਅਲ ਐਕਸਚੇਂਜ ਵਾਲਾ ਆ ਗਿਆ ਜਾਂ ਇੰਸਟਰੂਮੈਂਟਲ ਰਿਲੇਟਿਵਿਸਟ ਓਰੀਐਂਟੇਸ਼ਨ ਜਾਂ ਫਿਰ ਟਿਟ ਫॉर टैट। टिट फॉर टैट ਹੁੰਦਾ ਜੈਸੇ ਕੋ ਤੈਸਾ, ਠੀਕ ਹੈ। मतलब ਬੱਚਾ ਨਾ ਬੜਾ ਚਲਾਕ ਦੱਸਿਆ ਹੋਇਆ ਇਹ ਸਟੇजेस ਦੇ ਵਿੱਚ, मतलब ਆਪਣਾ ਫਾਇਦਾ ਦੇਖੂਗਾ। ਸਪੋਜ਼ ਦੈਟ ਇੱਕ ਐਗਜ਼ਾਮਪਲ ਹੈ, ਇੱਕ ਮਦਰ ਨੇ ਆਪਣੇ ਬੱਚੇ ਤੋਂ ਮੈਗੀ ਮੰਗਵਾਈ ਸਪੋਜ਼, ਠੀਕ ਹੈ। ਤਾਂ ਫਿਰ ਬੱਚਾ ਕਹਿੰਦਾ ਕਿ ਅੱਛਾ ਮੈਂ ਲੈ ਕੇ ਆਵਾਂ ਜਾ ਕੇ, ਮੈਂ ਹੀ ਲੈ ਕੇ ਆਵਾਂ ਜਾ ਕੇ। ਉਹ ਕਹਿੰਦੇ ਹਾਂ ਤੂੰ ਹੀ ਲੈ ਕੇ ਆਏਗਾ। ਉਸ ਕੇਸ ਦੇ ਵਿੱਚ ਉਹ ਕਹਿੰਦਾ ਮੇਰਾ ਕੀ ਫਾਇਦਾ ਇਹਦੇ ਵਿੱਚ, ਟਿਟ ਫॉर टैट, ਠੀਕ ਹੈ। ਮਦਰ ਨੇ ਮੈਗੀ ਮੰਗਵਾਈ, ਉਹ ਕਹਿੰਦਾ ਮੈਨੂੰ ਚਾਹੀਦੀ ਇਹਦੇ ਬਦਲੇ ਚਾਕਲੇਟ, ਤਾਂ ਹੀ ਮੈਂ ਲੈ ਕੇ ਆਊਂਗਾ। ਉਹ ਕਹਿੰਦੇ ਠੀਕ ਹੈ ਚਾਕਲੇਟ ਮਿਲ ਜੂਗੀ। मतलब मैगी लैंड गया, ਉਹਨੇ ਦੇਖਿਆ ਕਿ ਮੈਂ ਜਾਊਂਗਾ, ਮੈਂ ਕਸ਼ਟ ਕਰੂੰਗਾ ਉੱਥੇ ਤੱਕ ਜਾਣ ਦਾ, ਅੱਧੇ ਕਿਲੋਮੀਟਰ ਤੱਕ ਸ਼ੌਪ ਤੇ, ਤਾਂ ਫਿਰ ਬਦਲੇ ਦੇ ਵਿੱਚ ਮੈਨੂੰ ਚਾਹੀਦੀ ਹੈ ਚਾਕਲੇਟ। ਤਾਂ ਉਹ ਟਿਟ ਫॉर टैट ਹੋ ਜਾਊਗਾ। ਸਿਚੁਏਸ਼ਨ ਉਹ ਅਲੱਗ ਗੱਲ ਹੈ, ਉਹਨੇ ਨਹੀਂ ਖਾਣੀ ਹੋਵੇ, ਬਟ ਦ ਥਿੰਗ ਇਜ਼ ਕਿ ਉਹ ਟਿਟ फॉर टैट ਹੋ ਜਾਊਗਾ ਕਿ ਉਹ ਆਪਣਾ ਫਾਇਦਾ ਜ਼ਰੂਰ ਦੇਖੂਗਾ, ਇਸ ਕਰਕੇ ਹੀ ਉਹ ਗੱਲਾਂ ਮੰਨੂਗਾ। ਉਹ ਚੀਜ਼ ਹੋ ਜਾਊਗੀ ਟਿਟ फॉर टैट। ਇੰਸਟਰੂਮੈਂਟਲ ਰਿਲੇਟਿਵਿਸਟ ਓਰੀਐਂਟੇਸ਼ਨ, ਮਿਊਚੁਅਲ ਐਕਸਚੇਂਜ ਜਾਂ ਫਿਰ ਟਿਟ फॉर टैट ਸਿਚੁਏਸ਼ਨ, ਜੋ ਕਿ ਪੁੱਛੀ ਹੋਈ ਸੀ ਕੋਹਲਬਰਗ ਦੀ ਥਿਉਰੀ ਦੇ ਵਿੱਚ 5th ਕੁਐਸਚਨ ਦੇ ਵਿੱਚ। ਇਹਦਾ ਆਨਸਰ ਆ ਜਾਊਗਾ ਏ, ਵਿਦਆਊਟ ਐਨੀ ਡਾਊਟ। ਅੱਗੇ ਚੱਲਦੇ ਹਾਂ, नेक्स्ट क्वेश्चन कहते व्हाट काइंड ऑफ फोकस इज देयर ऑन सिलेबस टू कंप्लीट एक्टिव टारगेट ऑफ टीचिंग। मतलब कि ये बोल रहे ने कि किदां दा सिलेबस होना चाहिए, मतलब केड़ी चीज दे ऊपर फोकस होना चाहिए टू कंप्लीट एक्टिव टारगेट ऑफ टीचिंग। टीचिंग दा जेड़ा एक्टिव टारगेट है ओनू कंप्लीट करन लई केड़ी चीज दे ऊपर फोकस होना चाहिए सिलेबस दे। प्रिंसिपल एंड डिटरमिनेशन, एक्टिविटी एंड एक्सपेरिमेंट्स, स्कूल मैनेजमेंट्स या ऑल ऑफ दीज। हुण देखो प्रिंसिपल एंड डिटरमिनेशन कह सकते हैं बट फाइनलाइज नहीं कर सकते। स्कूल मैनेजमेंट का तो कोई रोल ही नहीं। स्कूल मैनेजमेंट का की रोल है एक्टिव टारगेट दे विच टीचिंग का, ठीक है। तो ऑल ऑफ दिस तो बनता ही नहीं क्योंकि सी तो है नहीं, ए ते बी च देखना पऊगा। एक्टिविटी एंड एक्सपेरिमेंट सब तो बेटर है क्योंकि बच्चा एक्टिविटीज या एक्सपेरिमेंट के थ्रू सीख रहे, अगर ओदा ए चीज ते फोकस है तो बेस्ट टारगेट है टीचिंग दा, मतलब यही ऑप्शन नु प्रमोट करोगे ना। क्योंकि एक अगर आप गल करिए जीन प्याजे बारे तुहानू चीज दसना चाहूंगी कि जेडे जीन प्याजे से ही वाज अ रेडिकल कंस्ट्रक्टिविस्ट। ही वाज अ रेडिकल कंस्ट्रक्टिविस्ट, ठीक। मतलब कि उन्होंने अकॉर्डिंगली की सीगा बच्चा थ्रू एक्सप्लोरेशन या फिर थ्रू एक्टिविटीज ही सीखूगा चीज़ों, ठीक है। मतलब उन्होंने कुछ भी करन दो, कोई बैरियर नहीं होना चाहिए, चीजें तोड़ने दो, फोड़ने दो, कुछ भी करन दो, मतलब अपने आप वो चीज़ों सीखूगा थ्रू एक्टिविटी या कुछ ना कुछ एक्सप्लोर करके, ठीक है। तो ये चीज हो जूगी। ਤਾਂ ਫਿਰ ਇਹਦਾ ਆਨਸਰ ਆਊਗਾ ਐਕਟੀਵਿਟੀਜ਼ ਐਂਡ ਐਕਸਪੈਰੀਮੈਂਟ, ਕਿਉਂਕਿ ਉੱਥੋਂ ਬੱਚਾ ਜ਼ਿਆਦਾ ਸਿੱਖਦਾ ਹੈ, ਜ਼ਿਆਦਾ ਨੌਲੇਜ ਮਿਲਦੀ ਹੈ ਉਹਨੂੰ। ਨੈਕਸਟ ਕੁਐਸਚਨ, व्हाट इज द मेन ऑब्जेक्टिव ऑफ द डायग्नोस्टिक टेस्ट। ਇਹ ਕੁਐਸਚਨ ਆਈ ਥਿੰਕ ਮੈਂ ਪਹਿਲਾਂ ਵੀ ਕਰਵਾਇਆ ਹੈ। ਡਾਇਗਨੋਸਟਿਕ ਜਿਹੜਾ ਟੈਸਟ ਹੋ ਗਿਆ, ਇਹਦਾ ਜਿਹੜਾ ਹੈ ਮੇਨ ਆਬਜੈਕਟਿਵ ਹੈ ਉਹ ਕੀ ਹੋਊਗਾ 7th ਕੁਐਸਚਨ ਦਾ। ਤਾਂ ਇਹਦਾ ਹੋਊਗਾ ਟੂ ਪ੍ਰੋਵਾਈਡ ਕਲਾसेस, ਟੂ ਫਾਈਂਡ ਆਊਟ ਵੀਕਨੈਸ ਆਫ ਦ ਸਟੂਡੈਂਟ, ਟੂ ਮਾਰਕ ਸਟੂਡੈਂਟ ਜਾਂ ਫਿਰ ਟੂ ਡਿਸਾਈਡ ਪੋਜੀਸ਼ਨ। ਦੇਖੋ ਇਹਦੇ ਵਿੱਚ ਆਊਗਾ
ਵੈਸੇ ਜਿਹੜਾ ਕੁਐਸਚਨ ਹੈ ਆਈ ਥਿੰਕ ਸਕਿਪ ਕਰਨਾ ਚਾਹੀਦਾ, ਇਹਦੇ ਵਿੱਚ ਆਪਸ਼ਨ ਇੱਕ ਮਿਸਿੰਗ ਹੈ। ਅਗਰ ਆਪਾਂ ਦੇਖੀਏ ਨਾ, ਬੱਚੇ ਦੀ ਵੀਕਨੈਸ ਫਾਈਂਡ ਆਪਾਂ ਕਰ ਨਹੀਂ ਸਕਦੇ, ਗੈਪ ਜ਼ਰੂਰ ਫਿਲ ਕਰ ਸਕਦੇ ਹੋ, ਤਾਂ ਇਹ ਕੁਐਸਚਨ ਨੂੰ ਮੈਂ ਸਕਿਪ ਕਰਨਾ ਚਾਹੂੰਗੀ, ਵੀ ਨਹੀਂ ਹੋ ਸਕਦਾ ਇਹਦਾ, ਕਿਉਂਕਿ ਤੁਸੀਂ ਟੀਚਿੰਗ ਲਰਨਿੰਗ ਦੇ ਵਿੱਚ ਜਿਹੜੇ ਗੈਪਸ ਨੇ, ਜਿੱਥੇ ਜਿੱਥੇ ਬੱਚੇ ਦੇ ਵੀਕ ਪੁਆਇੰਟਸ ਨੇ, ਕਹਿ ਸਕਦੇ ਹੋ ਚੀਜ਼ ਨੂੰ ਫੀਲ ਕਰ ਸਕਦੇ ਹੋ, ਮਤਲਬ ਜਿਹੜੀ ਚੀਜ਼ ਬੱਚੇ ਨੂੰ ਨਹੀਂ ਸਮਝ ਆ ਰਹੀ ਬਟ ਵੀਕਨੈਸ ਬੱਚਿਆਂ 'ਚ ਦੇਖਣੀ, ਉਹ ਚੀਜ਼ ਗਲਤ ਹੈ, ਤਾਂ 7th ਕੁਐਸਚਨ ਸੌਰੀ ਥੋੜਾ ਸਕਿਪ ਕਰਾਂਗੇ, ਇਹਦੇ ਵਿੱਚ ਆਪਸ਼ਨ ਇੱਕ ਮਿਸਿੰਗ ਹੈ, ਠੀਕ ਹੈ, ਤਾਂ ਉਹਨੂੰ ਰਹਿਣ ਦਿਓ, ਪੀਪੀਟੀ ਦੇ ਵਿੱਚ ਉਹ ਡਿਲੀਟ ਕਰਕੇ ਤੁਹਾਨੂੰ ਮਤਲਬ obviously ਜਿਹੜਾ ਕੁਐਸਚਨ ਇਨਕਲੂਡਡ ਹੈ ਉਹ ਕਰ ਰਹੇ ਆ ਉਹੀ ਮਿਲੂਗੀ। which of the following are effective accommodation in the classroom environment as per the needs of student with partial hearing loss? ਕੀ ਬੋਲਿਆ ਇਹਨਾਂ ਨੇ, ਕਹਿੰਦੇ ਇਹਦੇ ਵਿੱਚੋਂ ਦੀ ਕਿਹੜੀ ਇਫੈਕਟਿਵ ਐਕੋਮੋਡੇਸ਼ਨ ਹੈ ਕਲਾਸਰੂਮ ਦੇ ਇਨਵਾਇਰਨਮੈਂਟ ਦੇ ਵਿੱਚ ਬੱਚਿਆਂ ਦੀ ਨੀਡ ਦੇ ਅਕੋਰਡਿੰਗਲੀ, ਮਤਲਬ ਪਾਰਸ਼ੀਅਲ ਹੀਅਰਿੰਗ ਲਾਸ, ਮਤਲਬ ਬੱਚੇ ਨੂੰ ਜ਼ਿਆਦਾ ਨਹੀਂ ਸੁਣ ਰਿਹਾ, ਸੁਣਨ ਦੇ ਵਿੱਚ ਪ੍ਰੋਬਲਮ ਹੈ, ਤਾਂ ਬੱਚਿਆਂ ਦੀ ਕਿਹੜੀ ਨੀਡ ਨੂੰ ਸੈਟੀਸਫਾਈ ਕਰ ਰਹੀ ਹੈ ਇਹ ਚੀਜ਼, ਮਤਲਬ ਕਿਹੜੀ ਆਪਸ਼ਨ ਉਹਨਾਂ ਦੀ ਨੀਡ ਨੂੰ ਸੈਟੀਸਫਾਈ ਕਰ ਸਕਦੀ ਹੈ। ਅਲਾਉ them to sit near ਟੀਚਰ ਦੇ ਨੂੰ ਨੇੜੇ ਬਿਠਾ ਦਿਓ, ਹੋ ਸਕਦਾ ਹੈ, ਠੀਕ ਹੈ, ਬਿਲਕੁਲ, ਕਿਉਂਕਿ ਉਹਨੂੰ ਜ਼ਿਆਦਾ ਸੁਣੂਗਾ ਐਸ ਕੰਪੇਅਰ ਟੂ ਅਗਰ ਤੁਸੀਂ ਗੱਲ ਕਰਦੇ ਹੋ ਬਿਲਕੁਲ ਬੈਕ ਤੇ ਬਿਲਕੁਲ ਐਂਡ ਦੇ ਵਿੱਚ ਬੱਚਾ ਬੈਠੇ, ਤਾਂ ਇਹ ਆਪਸ਼ਨ ਠੀਕ ਹੋ ਸਕਦੀ ਹੈ, ਠੀਕ ਹੈ। ਨੈਕਸਟ ਕੀ ਕਿਹਾ ਇਹਨਾਂ ਨੇ, ਮਿਨੀਮਾਈਜ਼ ਬੈਕਗ੍ਰਾਉਂਡ ਨੋਇਜ਼, ਅਗਰ ਬੈਕਗ੍ਰਾਉਂਡ ਨੋਇਜ਼ ਨੂੰ ਤੁਸੀਂ ਥੋੜਾ ਜਿਹਾ ਘੱਟ ਕਰ ਦੋ ਫਿਰ ਵੀ ਉਹਨੂੰ ਵਧੀਆ ਸੁਣੂਗਾ, ਤਾਂ ਇਹ ਆਪਸ਼ਨ ਵੀ ਠੀਕ ਹੋਗੀ। ਫਿਰ ਕੀ ਬੋਲ ਰਹੇ ਹੈ, ਕਹਿੰਦੇ ਯੂਜ਼ ਲੈਕਚਰ ਮੈਥਡ, ਗਲਤ। ਇੱਕ ਚੀਜ਼ ਹੋਰ, ਹਮੇਸ਼ਾ ਤੁਸੀਂ ਇਹ ਮੈਥਡ ਨੂੰ ਅਵੋਇਡ ਕਰੋਗੇ, ਲੈਕਚਰ ਮੈਥਡ ਨੂੰ, ਐਵੇਂ ਕਿਉਂ, ਹਮੇਸ਼ਾ ਐਕਸਪੈਰੀਮੈਂਟੇਸ਼ਨ ਜਾਂ ਫਿਰ ਦੂਸਰੇ ਮੈਥਡਸ ਨੂੰ ਹੀ ਪ੍ਰੈਫਰ ਕੀਤਾ ਜਾਊਗਾ, ਕਿਉਂਕਿ ਲੈਕਚਰ ਮੈਥਡ ਦੇ ਵਿੱਚ ਟੀਚਰ ਔਰਲੀ ਬੋਲ ਰਿਹਾ ਹੈ, ਲੈਕਚਰ ਦੇ ਰਿਹਾ, ਨਾ ਤਾਂ ਕੋਈ ਮੈਪਸ ਹੋ ਗਏ, ਕੋਈ ਵੀ ਐਕਟੀਵਿਟੀਜ਼ ਕਹਿ ਲਓ, ਜਾਂ ਫਿਰ ਕੁਝ ਸਮਾਰਟ ਬੋਰਡ ਦਾ ਯੂਜ਼, ਕੋਈ ਡਾਇਗਰਾਮਸ, ਕੋਈ ਪਿਕਚਰਸ ਦਾ ਯੂਜ਼ ਨਹੀਂ ਹੋ ਰਿਹਾ, ਸਿੰਪਲ ਕੀ ਕੀਤਾ ਜਾ ਰਿਹਾ, ਲੈਕਚਰ ਦੇ ਰਹੇ ਟੀਚਰ ਨੂੰ, ਐਦਾਂ ਹੀ ਪੜ੍ਹਾਇਆ ਜਾ ਰਿਹਾ, ਤਾਂ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਲੈਕਚਰ ਮੈਥਡ ਨੂੰ ਹਮੇਸ਼ਾ ਨੈਗੇਟਿਵ ਦੇ ਵਿੱਚ ਰੱਖੋਗੇ, ਇਹ ਤਾਂ ਪ੍ਰਮੋਟ ਤੁਸੀਂ ਕਰ ਹੀ ਨਹੀਂ ਸਕਦੇ, ਠੀਕ ਹੈ, ਤਾਂ ਇਸ ਕਰਕੇ ਜਿਹੜਾ ਹੈ ਲੈਕਚਰ ਮੈਥਡ ਗਲਤ ਹੋ ਗਿਆ। ਹੁਣ ਜਿੱਥੇ ਜਿੱਥੇ ਸੀ ਆਪਸ਼ਨ ਹੈ ਇਹਨੂੰ ਖਤਮ ਕਰ ਦਿਓ, ਮਤਲਬ ਸੀ ਤਾਂ ਹੋ ਹੀ ਨਹੀਂ ਸਕਦਾ, ਠੀਕ ਹੈ। ਅੱਗੇ ਦੇਖਦੇ ਹਾਂ, ਗਿਵ ਹੈਂਡ ਆਊਟ ਯੂਜ਼ਿੰਗ ਗ੍ਰਾਫਿਕ ਆਰਗੇਨਾਈਜ਼ਰ ਐਂਡ ਮਾਈਂਡ ਮੈਪਸ, ਇਹ ਹੋ ਸਕਦੀ ਹੈ ਗ੍ਰਾਫਿਕ ਆਰਗੇਨਾਈਜ਼ਰ ਜਾਂ ਜੋ ਵੀ ਮਾਈਂਡ ਮੈਪਸ ਵਗੈਰਾ ਨੇ, ਅਗਰ ਉਹਨੂੰ ਤੁਸੀਂ ਉਹ ਦੇ ਰਹੇ ਹੋ, ਇਹ ਚੀਜ਼ ਵੀ ਹੋ ਸਕਦੀ ਹੈ। ਤੇ ਇਹਦਾ ਆਂਸਰ ਠੀਕ ਹੈ, ABD ਠੀਕ ਮੰਨ ਲੈਂਦੇ ਆਪਾਂ, ਬਟ ਸੀ ਨਹੀਂ ਆਊਗਾ ਇਹਦਾ ਆਂਸਰ, ਕਿਉਂਕਿ ਜਿਹੜਾ ਲੈਕਚਰ ਮੈਥਡ ਹੈ ਅਗਰ ਆਪਾਂ ਗੱਲ ਕਰਦੇ ਹਾਂ ਉਹਨੂੰ ਅਵੋਇਡ ਹੀ ਕਰੋਗੇ, ਚਾਹੇ ਤੁਹਾਨੂੰ ਕਿਸੇ ਵੀ ਆਪਸ਼ਨ ਦੇ ਵਿੱਚ ਦਿਖ ਜੇ, ਠੀਕ ਹੈ, ਤਾਂ ਇਹ ਚੀਜ਼ ਹੋ ਜੂਗੀ। ਅੱਗੇ ਚੱਲਦੇ ਹਾਂ, ਨੈਕਸਟ, ਅਕੋਰਡਿੰਗ ਟੂ ਦ ਬਰੂਨਰ ਦ ਸਟੇजेस ਆਫ ਲਰਨਿੰਗ ਇਨ ਇਨਕਰੀਜ਼ਿੰਗ ਆਰਡਰ। ਦੇਖੋ ਆਪਾਂ ਬਹੁਤ ਸਾਰੀ ਥਿਊਰੀਜ਼ ਕਰਨੀਆਂ ਨੇ, ਇੱਕ ਮੈਂ ਤੁਹਾਨੂੰ ਪਹਿਲਾਂ ਹੀ ਥੋੜਾ ਡਾਊਟ ਕਲੀਅਰ ਕਰਨਾ ਚਾਹੂੰਗੀ, ਜੀਨ ਪਿਆਜੇ, ਕੋਹਲਬਰਗ ਐਂਡ ਵਾਈਗੋਟਸਕੀ, ਇਹਦੀ ਤਾਂ ਆਪਾਂ ਬਿਲਕੁਲ ਅੱਛੇ ਤਰੀਕੇ ਨਾਲ ਪ੍ਰਿਪਰੇਸ਼ਨ ਕਰਾਂਗੇ 3 ਥਿਊਰੀਜ਼ ਦੀ। ਇਹ ਤੋਂ ਇਲਾਵਾ ਬਹੁਤ ਸਾਰੀਆਂ ਥਿਊਰੀਜ਼ ਨੇ, ਬਿਹੇਵੀਅਰਿਸਟਿਕ ਥਿਊਰੀਜ਼ ਵੀ ਨੇ, ਕੰਡੀਸ਼ਨਿੰਗ ਦੇ ਤੁਸੀਂ ਸੁਣਿਆ ਹੋਊਗਾ, ਸਕਿਨਰ ਦੀਆਂ ਹੋ ਗਈਆਂ, ਜੇਰੋਮ ਬਰੂਨਰ ਦੀ ਵੀ ਇੱਕ ਥਿਊਰੀ ਹੈ, ਠੀਕ ਹੈ, ਹੋਰ ਵੀ ਬਹੁਤ ਨੇ, ਇੰਟੈਲੀਜੈਂਸ ਦੀਆਂ ਥਿਊਰੀਜ਼ ਨੇ, 1 ਫੈਕਟਰ ਥਿਊਰੀ ਹੈ, ਸਪੀਅਰਮੈਨ 2 ਫੈਕਟਰ ਹੋ ਗਈਆਂ, ਮਲਟੀਪਲ ਇੰਟੈਲੀਜੈਂਸ ਥਿਊਰੀ, ਸਾਰੀਆਂ ਜਿੰਨੀਆਂ ਵੀ ਥਿਊਰੀਜ਼ ਨੇ ਸਾਰੀ ਕਵਰ ਕਰਨੀ ਨੇ, ਕਿਉਂਕਿ PS ਟੈਟ ਦੇ ਵਿੱਚ ਕੁਐਸਚਨ ਅਗਰ ਦੇਖਦੇ ਹੋ ਨਾ, ਘੱਟੋ ਘੱਟ 10 ਕੁਐਸਚਨ ਦਾ ਥਿਊਰੀਜ਼ ਤੇ ਆ ਹੀ ਸਕਦੇ ਨੇ, ਅਗਰ ਮੈਂ ਕਹੂੰਗੀ, ਕਿਉਂਕਿ ਡਾਇਰੈਕਟ ਪੁੱਛਦੇ ਨੇ ਕਿਸੇ ਦੇ ਥਾਟਸ ਕੀ ਨੇ, ਜਿਸ ਤਰ੍ਹਾਂ ਜੇਰੋਮ ਬਰੂਨਰ ਹੋ ਗਿਆ, ਪਿਆਜੇ ਹੋ ਗਏ, ਤਾਂ ਹਰੇਕ ਦੇ ਤੁਹਾਨੂੰ ਥਾਟਸ, ਸਭ ਦੇ ਵਿਊਜ਼, ਕੋਈ ਨਾ ਕੋਈ ਬੁੱਕ ਲਿਖੀ, ਉਹ ਚੀਜ਼ ਪਤਾ ਹੋਣੀ ਚਾਹੀਦੀ ਹੈ, ਤਾਂ ਸਾਰੀ ਚੀਜ਼ਾਂ ਆਪਾਂ ਕਵਰ ਕਰਾਂਗੇ, ਕੋਈ ਵੀ ਐਸਪੈਕਟ ਨੂੰ ਛੱਡਾਂਗੇ ਨਹੀਂ, ਪਰ ਤੁਸੀਂ ਧਿਆਨ ਨਾਲ ਪੜ੍ਹ ਲਿਓ ਜਦੋਂ ਤੁਹਾਨੂੰ ਕਰਵਾਇਆ ਜਾ ਰਿਹਾ, ਠੀਕ। ਤਾਂ ਅਕੋਰਡਿੰਗ ਟੂ ਦ ਬਰੂਨਰ, ਤਾਂ ਉਹ ਪੁੱਛ ਰਹੇ ਨੇ ਕਿਹੜੀ ਕਿਹੜੀ ਸਟੇਜ ਆਊਗੀ ਅਕੋਰਡਿੰਗ ਟੂ ਇੰਕਰੀਜ਼ਿੰਗ ਆਰਡਰ। ਦੇਖੋ ਇਹਦੇ ਵਿੱਚ ਨਾ A ਸਟੇਜ ਆਊਗੀ, ਐਦਾਂ ਕਿਉਂ, ਬਰੂਨਰ ਸਰ ਦੇ ਅਕੋਰਡਿੰਗਲੀ ਇਨਐਕਟਿਵ, ਆਈਕੋਨਿਕ ਤੇ ਸਿੰਬੋਲਿਕ, ਜਿਹੜਾ ਬੱਚਾ ਨਾ 3 ਸਟੇजेस ਦੇ ਥਰੂ ਹੋ ਕੇ ਸਿੱਖੂਗਾ। ਆ ਦੇਖੋ ਆਪਸ਼ਨ ਦੇ ਵਿੱਚ ਤੁਹਾਨੂੰ ਪਤਾ ਲੱਗ ਜੂਗਾ, ਸੀ ਇਨਐਕਟਿਵ, ਆਈਕੋਨਿਕ ਤੇ ਸਿੰਬੋਲਿਕ। ਇਨਐਕਟਿਵ ਪਹਿਲੀ ਸਟੇਜ ਹੈ ਸਰ ਦੇ ਅਕੋਰਡਿੰਗਲੀ, ਅਕੋਰਡਿੰਗ ਟੂ ਜੇਰੋਮ ਬਰੂਨਰ। ਇਨਐਕਟਿਵ ਦੇ ਵਿੱਚ ਨਾ ਜਿਹੜਾ ਬੱਚਾ ਹੁੰਦਾ ਉਹ ਥਰੂ ਐਕਟੀਵਿਟੀਜ਼ ਸਿੱਖੂਗਾ, ਕੋਈ ਨਾ ਕੋਈ ਐਕਟੀਵਿਟੀਜ਼ ਕਰਕੇ, ਤਾਂ ਪਹਿਲੇ ਦੇ ਵਿੱਚ ਕੀ ਆ ਗਿਆ, ਐਕਟੀਵਿਟੀਜ਼ ਆ ਜਾਣਗੀਆਂ ਪਹਿਲੀ ਦੇ ਵਿੱਚ, ਤੁਸੀਂ ਅਗਰ ਨੋਟਸ ਬਣਾਉਣੇ ਨੇ ਨਾਲ ਨਾਲ ਬਣਾ ਸਕਦੇ ਹੋ, ਠੀਕ ਹੈ। ਨੈਕਸਟ ਇਜ਼ ਆਈਕੋਨਿਕ, ਆਈਕੋਨਿਕ ਮਤਲਬ ਇਮੇਜ, ਠੀਕ ਹੈ, ਇਮੇਜ ਦੇ ਥਰੂ, ਇਮੇजेस ਦੇ ਥਰੂ ਸਿੱਖੂਗਾ, ਪਹਿਲਾਂ ਤਾਂ ਕੋਈ ਨਾ ਕੋਈ ਐਕਟੀਵਿਟੀਜ਼ ਕਰੂਗਾ, ਉਹ ਕੋਈ ਤੋੜ ਭੰਨ ਕਰਤੀ, ਕੁਝ ਵੀ ਡਿਸਕਵਰੀ ਕਰ ਰਿਹਾ ਆਪਣੀ, ਠੀਕ ਹੈ, ਤਾਂ ਐਕਟੀਵਿਟੀਜ਼ ਦੇ ਥਰੂ ਸਿੱਖ ਗਿਆ, ਉਸ ਤੋਂ ਬਾਅਦ ਉਹ ਥਰੂ ਇਮੇजेस ਦੇ ਥਰੂ ਸਿੱਖੂਗਾ, ਫਿਰ ਫਾਈਨਲੀ ਸਿੰਬੋਲਿਕ ਰਿਪਰੈਜ਼ੈਂਟੇਸ਼ਨ, ਫਿਰ ਸਿੰਬਲਸ ਦੇ ਥਰੂ ਉਹਨੂੰ ਚੀਜ਼ਾਂ ਸਮਝ ਆਉਣ ਲੱਗ ਜਾਂਦੀਆਂ, ਸਿੰਬਲਸ ਦਾ ਯੂਜ਼ ਫੇਰ ਕਰੂਗਾ, ਪਹਿਲਾਂ ਐਕਟੀਵਿਟੀਜ਼ ਕਰਨਾ ਉਹ ਸਿੱਖੂਗਾ, ਫਿਰ ਇਮੇਜ ਨੂੰ ਦੇਖ ਕੇ ਚੀਜ਼ਾਂ ਸਿੱਖੂਗਾ, ਫਿਰ ਫਾਈਨਲੀ ਸਿੰਬਲਸ ਨੂੰ ਸਮਝਣ ਲੱਗ ਜਾਊਗਾ। ਸਿੰਬੋਲਿਕ ਐਕਟੀਵਿਟੀ ਦੇ ਥਰੂ ਬੱਚਾ ਸਿੱਖਣ ਲੱਗ ਜਾਂਦਾ ਐਡੋਲੈਸੈਂਸ ਦੇ ਵਿੱਚ, ਠੀਕ ਹੈ। ਕਾਫੀ ਆਪਸ਼ਨ ਦੇ ਵਿੱਚ ਪਹਿਲਾਂ ਸਿੰਬੋਲਿਕ ਵੀ ਦਿੱਤਾ ਹੁੰਦਾ, ਏਦਾਂ ਨਹੀਂ ਹੋ ਸਕਦਾ ਬੱਚਾ ਪਹਿਲਾਂ ਹੀ ਬਿਨਾਂ ਐਕਟੀਵਿਟੀਜ਼ ਦੇ ਇਮੇजेस ਸਿੱਖਣ ਤੋਂ ਪਹਿਲਾਂ ਹੀ ਸਿੱਧਾ ਸਿੰਬਲ ਸਿੱਖ ਜੇ, ਇਹ ਪੋਸੀਬਲ ਹੀ ਨਹੀਂ ਹੈ ਅਕੋਰਡਿੰਗ ਟੂ ਜੇਰੋਮ ਬਰੂਨਰ ਥਿਊਰੀ। ਤਾਂ ਇਸ ਕਰਕੇ ਇਹਦਾ ਜਿਹੜਾ ਹੈ ਲੈਵਲ ਏਦਾਂ ਹੀ ਰਹੂਗਾ, ਇਨਐਕਟਿਵ, ਆਈਕੋਨਿਕ ਐਂਡ ਸਿੰਬੋਲਿਕ, ਠੀਕ। ਅੱਛਾ ਇੱਕ ਚੀਜ਼ ਹੋਰ, ਸਪਾਇਰਲ ਕਿਉਰਿਕੂਲਮ ਦਾ ਕਨਸੈਪਟ ਵੀ ਸਰ ਨੇ ਦਿੱਤਾ ਸੀ, ਜੇਰੋਮ ਬਰੂਨਰ ਸਰ ਨੇ। ਸਪਾਇਰਲ, ਵੇਟ ਅ ਮਿੰਟ,
2 ਮਿੰਟ ਦੋ ਮੈਨੂੰ। ਹਾਂ, ਸਪਾਇਰਲ ਜੇ ਆਪਾਂ ਗੱਲ ਕਰਦੇ ਹਾਂ ਨਾ ਕਿਊਰੀਕੁਲਮ ਦਾ ਕਨਸੈਪਟ ਬਰੂਨਰ ਸਰ ਨੇ ਦਿੱਤਾ ਸੀ। ਸਪਾਇਰਲ ਕਿਊਰੀਕੁਲਮ ਪਤਾ ਕੀ ਹੁੰਦਾ ਹੈ? ਉਹਨਾਂ ਧਿਆਨ ਨਾਲ ਦੇਖਿਓ, ਐਦਾਂ ਸਪਾਇਰਲ ਸਟਰਕਚਰ ਤੁਸੀਂ ਵਾਇਰ ਦੇਖਿਓ ਕਿਸ ਤਰ੍ਹਾਂ ਤਾਰ ਹੁੰਦੀਆਂ ਨੇ, ਐਦਾਂ ਇੱਥੇ ਮਾਸਟਰੀ ਹੋ ਰਹੀ ਹੈ ਬੰਦੇ ਦੀ, ਮਾਸਟਰੀ ਹੋ ਰਹੀ ਹੈ। ਮਾਸਟਰੀ ਮਤਲਬ ਇੱਥੇ ਪਰਫੈਕਟ ਹੋ ਰਿਹਾ ਬੱਚਾ। ਇਸ ਤਰੀਕੇ ਨਾਲ ਸਪਾਇਰਲੀ ਉਹਦੀ ਜਿਹੜੀ ਡਿਵੈਲਪਮੈਂਟ ਹੋਊਗੀ, ਐਦਾਂ ਚੀਜ਼ਾਂ ਨੂੰ ਸਿੱਖੂਗਾ। ਪਰ ਉਹ ਕਿਵੇਂ? ਦੇਖੋ, ਬੱਚੇ ਨੇ ਜਦੋਂ ਕੋਈ ਚੀਜ਼ ਸਿੱਖੀ, ਇੱਥੇ ਅਗਰ ਮੈਂ ਗੱਲ ਕਰਾਂ, ਠੀਕ ਹੈ, ਤਾਂ ਉਹ ਅੱਗੇ ਫੇਰ ਇੱਕ ਨਈ ਚੀਜ਼ ਸਿੱਖ ਰਿਹਾ ਪਿੱਛੇ ਵਾਲੀ ਨੂੰ ਨਾਲ ਲੈ ਕੇ, ਠੀਕ ਹੈ, ਫੇਰ ਉਹ ਇੱਕ ਨਵੀਂ ਚੀਜ਼ ਸਿੱਖੂਗਾ ਬਟ ਪਿੱਛੇ ਵਾਲੀ ਨੂੰ ਨਾਲ ਲੈ ਕੇ। ਇਹਦੇ ਵਿੱਚ ਕੀ ਹੋਊਗਾ? ਬੱਚਾ ਕੀ ਕਰੂਗਾ? ਪ੍ਰੀਵੀਅਸ ਨੌਲੇਜ ਨੂੰ ਨਾਲ ਰੱਖੂਗਾ, ਉਹਦੇ ਨਾਲ ਰੱਖਦੇ ਹੋਏ ਨਵੀਂ ਚੀਜ਼ਾਂ ਨੂੰ ਸਿੱਖਦਾ ਜਾਊਗਾ, ਫਿਰ ਫਾਈਨਲੀ ਉਹਦੀ ਮਾਸਟਰੀ ਹੋਊਗੀ। ਦਿਸ ਇਜ਼ ਦ ਸਪਾਇਰਲ ਕਿਊਰੀਕੁਲਮ। ਦੁਬਾਰਾ ਸਮਝ ਲਓ, ਸਪੋਜ਼ ਆ ਚੀਜ਼ ਹੈ, ਇਹਦੇ ਵਿੱਚ ਪ੍ਰੀਵੀਅਸ ਨੌਲੇਜ ਹੈ। ਅਗਰ ਇਹਦੇ ਅਕੋਰਡਿੰਗਲੀ ਦੇਖਾਂ, ਹੁਣ ਅਗਰ ਪ੍ਰੀਵੀਅਸ ਨੌਲੇਜ ਇੱਕ ਚੀਜ਼ ਦੀ ਨੌਲੇਜ ਹੈ ਤਾਂ ਫਿਰ ਉਹ ਤੋਂ ਅੱਗੇ ਉਹਨੇ ਕਨਸੈਪਟ ਬਣਾ ਲਿਆ ਕਨਸੈਪਟ। ਹੁਣ ਇਹ ਤਾਂ ਉਹਦੀ ਪੁਰਾਣੀ ਨੌਲੇਜ ਹੋ ਗਈ ਨਾ, ਇਹਦੇ ਬੇਸਿਸ ਤੇ ਹੀ ਉਹ ਨਵੀਂ ਚੀਜ਼ ਉਹਨੇ ਸਿੱਖ ਲਈ। ਫਿਰ ਇਹ ਪੁਰਾਣੇ ਕਨਸੈਪਟ ਉਹਦੇ ਰੈਡੀ ਨੇ, ਇਹਦੇ ਬੇਸਿਸ ਤੇ ਹੋਰ ਨਵੀਂ ਚੀਜ਼ਾਂ ਸਿੱਖ ਲੀਆਂ। ਤਾਂ ਮਤਲਬ ਪ੍ਰੀਵੀਅਸ ਨੌਲੇਜ ਜਿਹੜੀ ਹੋਗੀ ਉਹਨੂੰ ਨਾਲ ਰੱਖਦੇ ਹੋਏ ਚੱਲਦੇ ਹੋਏ ਹੀ ਬੱਚਾ ਨਿਊ ਕਨਸੈਪਟ ਨੂੰ ਐਡ ਆਨ ਕਰਦਾ ਜਾਊਗਾ। ਇਹ ਕਨਸੈਪਟ ਹੋ ਗਿਆ ਸਪਾਇਰਲ ਕਿਊਰੀਕੁਲਮ ਦਾ, ਜਿਹੜਾ ਕਿ ਕਨਸੈਪਟ ਬਰੂਨਰ ਸਰ ਨੇ ਦਿੱਤਾ ਸੀ। ਤਾਂ ਤੁਹਾਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ, ਸਪਾਇਰਲ ਕਿਊਰੀਕੁਲਮ ਪਲੱਸ ਜਿਹੜੀਆਂ 3 ਸਟੇਜਸ ਨੇ ਬਰੂਨਰ ਸਰ ਨੇ ਦਿੱਤੀਆਂ ਨੇ। ਸਪੋਜ਼ ਤੁਹਾਨੂੰ ਆਪਸ਼ਨ ਦੇ ਵਿੱਚ ਦਿੱਤਾ ਸਪਾਇਰਲ ਕਿਊਰੀਕੁਲਮ ਇਜ਼ ਗਿਵਨ ਬਾਈ जीन पियाजे, वाइगोट्स्की, ब्रूनर, स्किनर। तो ਤੁਹਾਨੂੰ ਵਿਦਆਊਟ ਐਨੀ ਡਾਊਟ ਆਣਾ ਚਾਹੀਦਾ ਹੈ ਕਿ ਜਿਹੜੇ ਦਾ ਆਨਸਰ ਹੋਊਗਾ ਕੀ ਹੋਊਗਾ, ਉਹ ਬਰੂਨਰ। ਠੀਕ, ਤਾਂ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਤੇ। तो ਇਹਦੀ ਜਿਹੜੀ ਸਟੇਜ ਆਊਗੀ, ਦੇਖੋ ਆ ਨਹੀਂ ਆ ਸਕਦੀ, ਉਹੀ ਚੀਜ਼ ਹੈ ਨਾ, ਸਿੰਬੋਲਿਕ। ਪਹਿਲਾਂ ਸਿੰਬਲਸ ਸਿੱਖ ਹੀ ਨਹੀਂ ਸਕਦਾ, ਇਮੇजेस ਵੀ ਨਹੀਂ ਪਹਿਲਾਂ ਆਣਗੀਆਂ। ਸੈਂਸਰੀ ਮੋਟਰ ਇਨਐਕਟਿਵ ਤੇ ਆਈਕੋਨਿਕ ਹੈ ਨਾ, ਬਿਲਕੁਲ ਹੀ ਗਲਤ ਹੈ। ਸੈਂਸਰੀ ਮੋਟਰ ਤਾਂ ਜੀਨ ਪਿਆਜੇ ਦੀ ਥਿਊਰੀ ਦੇ ਵਿੱਚ ਪੜ੍ਹੇ ਸੀ ਆਪਾਂ, ਪੜ੍ਹੇ ਸੀ ਨਾ ਉਹਦੇ ਵਿੱਚ SPCF ਕਰਕੇ। ਸਭ ਤੋਂ ਪਹਿਲਾਂ ਸੈਂਸਰੀ ਮੋਟਰ ਸਟੇਜ ਹੀ ਤਾਂ ਸੀ, ਤਾਂ ਇਸ ਕਰਕੇ ਇਹ ਆਊਗਾ ਇਹਦਾ ਆਨਸਰ। ਅੱਗੇ ਚੱਲਦੇ ਨੈਕਸਟ ਕੁਐਸਚਨ ਤੇ। Which of the following is a characteristic of a gifted learner? ਜਿਹੜਾ ਗਿਫਟਡ ਲਰਨਰ ਹੈ ਉਹਦੇ ਕੈਰੈਕਟਰਿਸਟਿਕਸ ਕਿਹੜੇ ਨੇ? ਠੀਕ ਹੈ, ਹੀ ਗੈਟਸ ਐਗਰੈਸਿਵ। ਜਿਹੜਾ ਗਿਫਟਡ ਚਾਈਲਡ ਹੁੰਦਾ ਨਾ, ਬਹੁਤ ਇੰਟੈਲੀਜੈਂਟ ਹੁੰਦਾ ਸਟਾਰਟਿੰਗ ਤੋਂ ਹੀ। ਹੋ ਸਕਦਾ ਜੈਨੇਟਿਕ ਹੋਵੇ ਚੀਜ਼, ਠੀਕ ਹੈ, ਹੋ ਸਕਦੀ ਹੈ ਮੇ ਬੀ, ਕਿਉਂਕਿ ਉਹ ਆਲਰੇਡੀ ਹਰ ਇੱਕ ਚੀਜ਼ਾਂ ਨੂੰ ਨਾ ਕੈਚ ਜਲਦੀ ਕਰ ਲੂਗਾ, ਠੀਕ ਹੈ, ਬਹੁਤ ਜਲਦੀ ਉਹ ਕਨਸੈਪਟ ਦੀ ਕਲੈਰਿਟੀ ਵੱਲ ਜਾਊਗਾ। ਮਤਲਬ ਦਿਮਾਗ ਤੇਜ਼ ਹੁੰਦਾ ਉਹਦਾ ਬਹੁਤ ਜ਼ਿਆਦਾ, ਭਾਈ ਬੋਲ ਸਕਦੇ ਗਿਫਟਡ ਚਾਈਲਡ ਹੁੰਦਾ ਜਿਹੜਾ, ਠੀਕ ਹੈ। ਹੀ ਗੈਟਸ ਐਗਰੈਸਿਵ ਐਂਡ ਫਰਸਟ੍ਰੇਟਡ। ਇਹਦਾ ਤਾਂ ਬਿਲਕੁਲ ਵੀ ਨਹੀਂ ਹੈ ਕਿ ਬਹੁਤ ਜਲਦੀ ਐਗਰੈਸਿਵ, ਬਹੁਤ ਜਲਦੀ ਫਰਸਟ੍ਰੇਟ ਹੋ ਜਾਊਗਾ, ਬਹੁਤ ਜਲਦੀ ਗੁੱਸਾ ਕਰ ਜਾਊਗਾ, ਇਹਦਾ ਤਾਂ ਕੁਝ ਵੀ ਨਹੀਂ ਹੈ। ਹੀ ਕੈਨ ਫੀਲ ਅੰਡਰ ਸਟਿਮੂਲੇਟਡ ਐਂਡ ਬੋਰਡ। ਇਹ ਚੀਜ਼ ਹੋ ਸਕਦੀ ਹੈ ਕਿ ਅਗਰ ਕੋਈ, ਵੈਸੇ ਤਾਂ ਪ੍ਰੋਪਰ ਇਹ ਆਪਸ਼ਨ ਦੇ ਵਿੱਚ ਇਹ ਚੀਜ਼ ਆਣੀ ਚਾਹੀਦੀ ਸੀ ਕਿ ਨਾ, ਅਗਰ ਉਹਨੂੰ ਕੋਈ ਤੁਸੀਂ ਡਿਫਿਕਲਟ ਟਾਸਕ, ਕੋਈ ਮੁਸ਼ਕਿਲ ਟਾਸਕ ਨਹੀਂ ਦੇ ਰਹੇ ਤਾਂ ਹੀ ਵਿਲ ਫੀਲ ਬੋਰਡ ਐਂਡ ਅੰਡਰ ਜੋ ਵੀ ਹੈ ਸਟਿਮੂਲੇਟਡ। ਤਾਂ ਉਹ ਬੋਰ ਫੀਲ ਕਰਨ ਲੱਗ ਜਾਂਦੇ, ਕਿਉਂਕਿ ਉਹਨਾਂ ਨੂੰ ਰਿਸਕ ਲੈਣੇ ਤੇ ਇਹ ਚੀਜ਼ਾਂ ਡਿਫਿਕਲਟ ਟਾਸਕ ਪਰਫਾਰਮ ਕਰਨਾ ਬਹੁਤ ਜ਼ਿਆਦਾ ਪਸੰਦ ਹੁੰਦਾ ਗਿਫਟਡ ਬੱਚਿਆਂ ਨੂੰ, ਕਿਉਂਕਿ ਆਲਰੇਡੀ ਇੰਟੈਲੀਜੈਂਟ ਹੁੰਦੇ ਨੇ, ਠੀਕ ਹੈ। ਇਸ ਕਰਕੇ ਤਾਂ ਉਹ ਬੋਰਿੰਗ ਐਂਡ ਆਲ ਇਹ ਫੀਲ ਕਰ ਸਕਦੇ ਨੇ। ਹੀ ਵਿਲ ਆਲਵੇਜ਼ ਪ੍ਰਮੋਟ ਨੈਗੇਟਿਵ ਐਸਪੈਕਟ। ਹੋ ਹੀ ਨਹੀਂ ਸਕਦਾ ਉਹ ਨੈਗੇਟਿਵ ਐਸਪੈਕਟ ਹੈ ਜਿਹੜੇ ਇਹਨੂੰ ਪ੍ਰਮੋਟ ਕਰਨ। ਤਾਂ A ਤੇ D ਤਾਂ ਆ ਹੀ ਨਹੀਂ ਸਕਦੇ ਜੋ ਵੀ ਹੈ। ਤੇ ਇਹਦਾ ਆਨਸਰ ਜਿਹੜਾ ਹੋਊਗਾ B ਹੋਊਗਾ। B ਕਿਉਂਕਿ ਉਹ ਹਮੇਸ਼ਾ ਉਹਨਾਂ ਨੂੰ ਰਿਸਕ ਲੈਣੇ, ਐਡਵੈਂਚਰਸ ਚੀਜ਼ਾਂ ਹੋ ਗਈਆਂ, ਡਿਫਿਕਲਟ ਟਾਸਕ ਹੋ ਗਏ, ਇਹ ਸਾਰੀ ਚੀਜ਼ਾਂ ਪਰਫਾਰਮ ਕਰਨੀਆਂ ਕਿਹਨੇ ਪਸੰਦ ਨੇ। ਦੈਟਸ ਵਾਈ ਇਹਦਾ ਆਨਸਰ B ਹੋਊਗਾ, ਨਾ A ਨਾ C। ਨੈਕਸਟ, ਐਨ ਇਫੈਕਟਿਵ ਟੀਚਰ ਇਨ ਕਲਾਸਰੂਮ ਵੇਅਰ ਸਟੂਡੈਂਟਸ ਕਮ ਫਰਮ ਡਾਈਵਰਸ ਬੈਕਗਰਾਊਂਡ ਵੁੱਡ। ਇਹ ਉਹੀ ਚੀਜ਼ ਆ ਗਈ ਕਿ ਜਿਹੜਾ ਇਫੈਕਟਿਵ ਟੀਚਰ ਹੈ ਕਲਾਸਰੂਮ ਦੇ ਵਿੱਚ, ਠੀਕ ਹੈ, ਉੱਥੇ ਸਟੂਡੈਂਟਸ ਨੇ ਡਾਈਵਰਸ ਬੈਕਗਰਾਊਂਡ ਤੋਂ ਆਉਂਦੇ ਨੇ, ਮਤਲਬ ਅਲੱਗ-ਅਲੱਗ ਬੈਕਗਰਾਊਂਡਸ ਹੁੰਦੇ ਨੇ ਬੱਚਿਆਂ ਦੇ। ਤਾਂ ਫਿਰ ਇੱਕ ਟੀਚਰ ਨੂੰ ਕਰਨਾ ਕੀ ਚਾਹੀਦਾ? Create group of students with those from the same economic background put together। मतलब ਉਹ ਵਾਲੇ ਬੱਚੇ ਜਿਹੜੇ ਸੇਮ ਇਕਨੋਮਿਕ ਬੈਕਗਰਾਉਂਡ ਦੇ ਨੇ, ਇਹ ਤਾਂ ਲੇਬਲਿੰਗ ਵਰਗਾ ਹੋ ਗਿਆ, ਇੱਕ ਗਰੁੱਪ ਦੇ ਵਿੱਚ ਪਾ ਦੋ। ਕਦੇ ਵੀ ਐਦਾਂ ਦੀ ਸੇਮ ਐਬਿਲਿਟੀ ਵਾਲੇ ਬੱਚਿਆਂ ਨੂੰ ਗਰੁੱਪ ਦੇ ਵਿੱਚ ਪਾ ਦੇਣਾ, ਠੀਕ ਹੈ, ਸੇਮ ਇਕਨੋਮਿਕ ਬੈਕਗਰਾਉਂਡ ਵਾਲੇ ਨੂੰ ਪਾ ਦੇਣਾ, ਇਹ ਚੀਜ਼ ਬਿਲਕੁਲ ਗਲਤ ਹੈ, ਨੈਗੇਟਿਵ ਚੀਜ਼ ਹੋਗੀ। ਮੇਰੇ ਨਾ ਵਰਡ ਸੁਣਿਆ ਕਰੋ, ਕੀਵਰਡਸ ਜੋ ਮੈਂ ਲਿਖ ਰਹੀ ਹਾਂ, ਜੋ ਬੋਲ ਰਹੀ ਹਾਂ, ਐਦਾਂ ਹੀ ਸਟੇਟਮੈਂਟ ਬੇਸਡ ਕੁਐਸਚਨ ਆ ਸਕਦੇ ਨੇ, ਇਹਨੂੰ ਹੀ ਘੁਮਾ ਕੇ ਪਾਣਗੇ, ਜਾਂ ਫਿਰ ਇਹਦੇ ਬੇਸਿਸ ਤੇ ਹੀ ਐਗਜ਼ਾਮਪਲਸ ਜਿਹੜੀਆਂ ਨੇ ਫਾਰਮੇਸ਼ਨ ਕਰ ਸਕਦੇ ਨੇ ਉਹ, ਠੀਕ ਹੈ। ਤਾਂ ਫਿਰ ਸੇਮ ਐਬਿਲਿਟੀ ਮਤਲਬ ਇਹ ਤਾਂ ਤੁਸੀਂ ਰੈਂਕਿੰਗ ਕਰ ਰਹੇ ਹੋ ਨਾ, ਕਦੇ ਵੀ ਤੁਸੀਂ ਰੈਂਕਿੰਗ ਨੋਟ ਕਰ ਲਓ, ਇਹਨੂੰ ਲੇਬਲਿੰਗ ਇਹ ਚੀਜ਼ਾਂ ਨਹੀਂ ਕਰ ਸਕਦੇ। ग्रुपिंग कर सकते हो पर हेल्दी ग्रुप्स बना सकते हो। ऐसा नहीं कि किसी एबिलिटी दे बेस ते कि हाँ इतने इंटेलिजेंट बच्चे ने इन्हां दी सेम एबिलिटी है, ठीक है, वो तो कुछ कर ही नहीं सकते,
that means ਤੁਸੀਂ ਰੈਂਕ ਕਰ ਰਹੇ ਹੋ, ਰੈਂਕਿੰਗ ਕਰ ਰਹੇ ਹੋ, ਲੇਬਲ ਲਾ ਰਹੇ ਹੋ ਉਹਨਾਂ ਤੇ, ਠੀਕ ਹੈ। ਤੁਸੀਂ ਕੰਪੀਟੀਟਿਵ ਸਪਿਰਿਟ ਕ੍ਰੀਏਟ ਕਰ ਰਹੇ ਹੋ, ਕੰਪੀਟੀਸ਼ਨ ਕ੍ਰੀਏਟ ਕਰ ਰਹੇ ਹੋ ਬੜਾ ਨੈਗੇਟਿਵ ਉਹਨਾਂ ਦੇ ਦਿਮਾਗ ਦੇ ਵਿੱਚ, ਤਾਂ ਇਹ ਸਾਰੀ ਚੀਜ਼ਾਂ ਨੈਗੇਟਿਵ ਹੋ ਜਾਣਗੀਆਂ, ਇਹ ਤੁਸੀਂ ਕਰ ਨਹੀਂ ਸਕਦੇ ਆਬਵੀਅਸਲੀ, ਠੀਕ। ਤਾਂ ਇਹ ਆਪਸ਼ਨ ਗਲਤ ਹੋ ਜੂਗੀ। ਪੁਸ਼ ਸਟੂਡੈਂਟਸ ਫਰਮ ਡਿਪਰਾਈਵਡ ਬੈਕਗ੍ਰਾਉਂਡ ਟੂ ਵਰਕ ਹਾਰਡ ਸੋ ਦੈਟ ਦੇ ਕੈਨ ਮੈਚ ਅਪ ਵਿਦ देयर ਪੀਅਰ। ਇਹ ਵੀ ਨਹੀਂ ਹੋ ਸਕਦਾ ਐਵੇਂ, ਕਿਉਂ? ਇਹ ਤਾਂ ਚਲੋ ਠੀਕ ਸੀ ਉਰੇ ਤੱਕ, ਅਗਰ ਉਹ ਬੋਲਦੇ ਵੀ ਨਾ push students from deprived background to work hard, ऐसे तक ठीक सीगा, आगे बोल के काम खराब करता so that they can match up with their peer, अपने peer ਦੇ ਨਾਲ match up ਕਰ ਸਕਣ। ਉਹੀ competition ਵਾਲੀ ਗੱਲ ਨਹੀਂ ਹੋਗੀ ਕਿ ਤੁਹਾਨੂੰ ਆਂਦਾ ਨਹੀਂ, ਤੁਸੀਂ ਉਹਨਾਂ ਦੇ ਬਰਾਬਰ ਹੋ ਸਕੋ ਇਹ ਚੀਜ਼ ਕਰਕੇ, ਤਾਂ ਗਲਤ ਹੈ ਇਹ ਚੀਜ਼। ਇਹ ਵੀ ਗਲਤ ਹੋ ਗਿਆ, ਇਹ ਵੀ ਗਲਤ ਹੋ ਗਿਆ। focus on their cultural knowledge to address individual differences among the group, मतलब ਉਹਨਾਂ ਦੀ ਕਲਚਰਲ ਨੌਲੇਜ ਦੇ ਉੱਪਰ ਅਗਰ ਤੁਸੀਂ ਫੋਕਸ ਕਰੋ, ਉਹਨੂੰ ਐਡਰੈਸ ਕਰ ਸਕੋ, ਠੀਕ ਹੈ। ਇਹ ਚੀਜ਼ ਹੋ ਸਕਦੀ ਹੈ ਟੂ ਐਡਰੈਸ ਇੰਡੀਵਿਜੂਅਲ ਡਿਫਰੈਂਸਸ ਅਮੰਗ ਦ ਗਰੁੱਪ। ਅਗਰ ਮਤਲਬ ਤੁਹਾਨੂੰ ਬੱਚਿਆਂ ਦੇ ਇੰਡੀਵਿਜੂਅਲ ਡਿਫਰੈਂਸਸ ਬਾਰੇ ਸਮਝ ਆ ਜਾਏ ਉਹਨਾਂ ਦੇ ਕਲਚਰ ਨੂੰ ਦੇਖਦੇ ਹੋਏ, ਮਤਲਬ ਆਬਵੀਅਸਲੀ ਇੰਡੀਵਿਜੂਅਲ ਡਿਫਰੈਂਸਸ ਮਤਲਬ ਹੁੰਦਾ ਹੈ ਕਿ ਕੋਈ ਵੀ ਇੰਡੀਵਿਜੂਅਲ ਸੇਮ ਨਹੀਂ ਹੁੰਦਾ, ਇਵਨ ਟਵਿਨਸ ਆਰ ਨਾਟ ਲਾਈਕ, ਇਹ ਚੀਜ਼ ਬੋਲੀ ਜਾਂਦੀ ਹੈ ਨਾ, ਸੇਮ ਨਹੀਂ ਹੋ ਸਕਦੇ, ਮਤਲਬ ਕਿਤੇ ਨਾ ਕਿਤੇ ਨੇਚਰ ਵੀ ਉਹਨਾਂ ਦਾ ਵੇਰੀ ਕਰ ਸਕਦਾ ਹੈ, ਠੀਕ ਹੈ। ਤਾਂ ਫਿਰ ਹਰੇਕ ਇੰਡੀਵਿਜੂਅਲ ਦੇ ਵਿੱਚ ਕੋਈ ਨਾ ਕੋਈ ਡਿਫਰੈਂਸਸ ਹੁੰਦੇ ਨੇ, ਕਿਉਂਕਿ ਹੈਰੀਡਿਟੀ ਤੇ ਇਨਵਾਇਰਨਮੈਂਟ ਦਾ ਰੋਲ ਆਊਗਾ। ਹੈਰੀਡਿਟੀ ਐਂਡ ਇਨਵਾਇਰਨਮੈਂਟ, ਇਹਦਾ ਰੋਲ ਕਿਉਂ ਆਊਗਾ ਮੈਂ ਐਂਡ ਦੇ ਵਿੱਚ ਦੱਸੂਗੀ। ਹੁਣ ਇੱਕ ਰੀਜ਼ਨ ਹੈ, ਬੇਸਿਕ ਰੀਜ਼ਨ, ਕਿਉਂਕਿ ਅਗਰ ਆਪਾਂ ਦੇਖਦੇ ਹੈਰੀਡਿਟੀ ਬਹੁਤ ਵੱਡਾ ਰੋਲ ਪਲੇ ਕਰੂਗੀ ਇਹ ਚੀਜ਼ ਦੇ ਵਿੱਚ, ਤੇ ਇਨਵਾਇਰਨਮੈਂਟ ਵੀ ਬਹੁਤ ਵੱਡਾ ਰੋਲ ਪਲੇ ਕਰੂਗੀ, ਕਿਉਂਕਿ ਹਰੇਕ ਦਾ ਅਲੱਗ ਤਰੀਕੇ ਨਾਲ ਨਰਚਰਿੰਗ ਹੋਈ ਹੁੰਦੀ ਹੈ, ਠੀਕ ਹੈ। ਪੈਦਾਇਸ਼ ਅਲੱਗ ਤਰੀਕੇ ਨਾਲ ਹੁੰਦੀ ਹੈ, ਅਲੱਗ ਇਨਵਾਇਰਨਮੈਂਟ ਮਿਲਦਾ ਹੈ। ਸਪੋਜ਼ ਦੈਟ ਕਿਸੇ ਨੂੰ ਕਈ ਵਾਰ ਅੱਛਾ ਇਨਵਾਇਰਨਮੈਂਟ ਵੀ ਨਹੀਂ ਮਿਲਦਾ, ਠੀਕ ਹੈ। ਕਿਸੇ ਦਾ ਬਚਪਨ ਕਿਸ ਤਰੀਕੇ ਨਾਲ ਹੁੰਦਾ, ਕਿਸੇ ਦਾ ਨੇਚਰ ਕਿਸ ਤਰੀਕੇ ਨਾਲ ਹੈ, ਤਾਂ ਸਾਰੇ ਇਨਵਾਇਰਨਮੈਂਟ ਦੇ ਵਿੱਚ ਆ ਜਾਊਗਾ, ਠੀਕ। ਹੈਰੀਡਿਟੀ ਦੀ ਅਗਰ ਮੈਂ ਗੱਲ ਕਰਾਂ ਤਾਂ ਹੈਰੀਡਿਟੀ ਮਤਲਬ ਜੀਨਸ ਜਿਹੜੇ ਵੀ ਕਰੈਕਟਰ ਤੁਹਾਡੇ ਪੇਰੈਂਟਸ ਤੋਂ ਆਫਸਪ੍ਰਿੰਗ ਦੇ ਵਿੱਚ ਆ ਰਹੇ ਨੇ, ਆਫਸਪ੍ਰਿੰਗ ਦੇ ਵਿੱਚ ਉਹ ਚੀਜ਼, ਆਫਸਪ੍ਰਿੰਗ ਮਤਲਬ ਬੱਚੇ ਦੇ ਵਿੱਚ ਆ ਰਹੇ ਨੇ ਕਰੈਕਟਰਸ, ਉਹ ਚੀਜ਼ ਹੋਗੀ ਤੁਹਾਡੀ ਹੈਰੀਡਿਟੀ, ਠੀਕ ਹੈ। ਹੁਣ ਇਹਨੂੰ ਅਗਰ ਮੈਂ ਡਿਫਾਈਨ ਕਰਾਂ ਤਾਂ ਮਤਲਬ ਅਗਰ ਤੁਸੀਂ ਕਿੰਨਾ ਸੁਣਿਆ ਹੋਊਗਾ ਨਾ, ਸਪੋਜ਼ ਦੈਟ ਡਾਟਰ ਹਾਈਟਡ ਹੈ ਜਾਂ ਫਿਰ ਜਿਹੜਾ ਹੈ ਬੇਬੀ ਬॉय ਲਗਾ ਲਓ, ਉਹ ਹਾਈਟਡ ਹੈ ਤਾਂ ਉਹਦੇ ਫਾਦਰ ਜਾਂ ਮਦਰ ਹਾਈਟਡ ਹੋਣਗੇ, ਹੈਰੀਡਿਟੀ ਆ ਗਿਆ। ਜਾਂ ਬੋਲਦੇ ਨੇ ਤਾਂ ਆਪਣੇ ਫਾਦਰ ਜਾਂ ਮਦਰ ਵਰਗਾ ਦਿਖਦਾ ਹੈ ਜਾਂ ਦਿਖਦੀ ਹੈ, ਉਹ ਹੈਰੀਡਿਟੀ ਦਾ ਰੋਲ ਆ ਗਿਆ। ਆਈਸ ਕਲਰ, ਹੇਅਰ ਕਲਰ, ਇਹ ਸਾਰੀ ਚੀਜ਼ਾਂ ਮੈਚ ਕਰਦੀਆਂ ਨੇ ਨਾ ਪੇਰੈਂਟਸ ਦੇ ਨਾਲ, ਤੇ ਇਹਦਾ ਮਤਲਬ ਕੀ ਹੋ ਗਿਆ, ਕੀ ਹੋ ਜੂਗੀ, ਸੇਮ ਹੋ ਜੂਗੀ ਚੀਜ਼, ਉਹ ਚੀਜ਼ ਹੋ ਜੂਗੀ ਹੈਰੀਡਿਟੀ ਤੇ ਇਨਵਾਇਰਨਮੈਂਟ। ਇਹ ਦੋਨੋਂ ਹੀ ਰੋਲ ਜਿਹੜੇ ਹੈਗੇ ਨੇ ਪਲੇ ਕਰਨਗੇ ਕਿਹਦੇ ਵਿੱਚ, ਡਿਵੈਲਪਮੈਂਟ ਦੇ ਵਿੱਚ। ਅਗਰ ਗੱਲ ਕਰਾਂ ਤਾਂ ਇੰਡੀਵਿਜੂਅਲ ਡਿਫਰੈਂਸਿਸ ਹੁੰਦੇ ਨੇ, ਮਤਲਬ ਬੱਚਿਆਂ ਦੇ ਵਿੱਚ ਫਰਕ ਹੁੰਦਾ ਹੈ, ਮਤਲਬ ਕੋਈ ਵੀ ਇੰਡੀਵਿਜੂਅਲ ਸੇਮ ਨਹੀਂ ਹੁੰਦਾ, ਤਾਂ ਉਹਨਾਂ ਦੇ ਕਲਚਰ ਨੂੰ ਜਾਣ ਕੇ, ਕਲਚਰ ਜੋ ਵੀ ਉਹਨਾਂ ਦਾ ਕਲਚਰਲ ਬੈਕਗਰਾਉਂਡ ਹੈ ਉਹਨੂੰ ਜਾਣ ਕੇ ਅਗਰ ਤੁਸੀਂ ਉਹਨਾਂ ਦੇ ਇਹ ਚੀਜ਼ਾਂ ਬਾਰੇ ਸਮਝਣ ਲੱਗ ਗਏ, ਚੀਜ਼ ਤੇ ਫੋਕਸ ਕਰਤਾ, ਤਾਂ ਦੈਟ ਮੀਨਸ ਇਹ ਆਪਸ਼ਨ ਬਿਲਕੁਲ ਠੀਕ ਹੋ ਜੂਗੀ। ਇਗਨੋਰ ਕਲਚਰਲ ਨੌਲੇਜ ਐਂਡ ਟ੍ਰੀਟ ਆਲ ਹਿਸ ਸਟੂਡੈਂਟਸ ਇਨ ਅ ਯੂਨੀਫਾਰਮ ਮੈਨਰ, ਗਲਤ, ਸਰਾਸਰ ਗਲਤ। ਕਲਚਰਲ ਨੌਲੇਜ ਨੂੰ ਇਗਨੋਰ ਨਹੀਂ ਕਰ ਸਕਦੇ, ਤੁਸੀਂ ਨਹੀਂ ਕਰ ਸਕਦੇ ਇਗਨੋਰ, ਠੀਕ ਹੈ, ਕਿਉਂਕਿ ਕਲਚਰਲ ਸੋਸ਼ਲ ਬੈਕਗਰਾਉਂਡ ਬਹੁਤ ਜ਼ਿਆਦਾ ਜ਼ਰੂਰੀ ਹੈ ਬੱਚਿਆਂ ਨੂੰ ਸਮਝਣ ਵਾਸਤੇ। ਟ੍ਰੀਟ ਆਲ ਹਿਸ ਸਟੂਡੈਂਟਸ ਇਨ ਅ ਯੂਨੀਫਾਰਮ ਮੈਨਰ, ਗਲਤ ਹੋ ਗਿਆ ਇਹ ਪੁਆਇੰਟ, ਤਾਂ ਇਹਦਾ ਆਂਸਰ ਸੀ ਆ ਜਾਊਗਾ ਵਿਦਆਊਟ ਐਨੀ ਡਾਊਟ। ਅੱਗੇ ਚੱਲਦੇ ਹਾਂ, ਨੈਕਸਟ ਕੁਐਸਚਨ, ਵਿਚ ਥਿਓਰੀ is based on principle that learner constructs new idea or concept based upon existing knowledge। ਕਿਹੜੀ ਥਿਓਰੀ ਇਹਦੇ ਬੇਸਿਸ ਦੇ ਉੱਪਰ ਹੈ, ਜਿਹੜਾ ਪ੍ਰਿੰਸੀਪਲ ਹੈ ਕਿ ਜਿਹੜੇ ਲਰਨਰਸ ਨੇ ਉਹ ਆਪਣੇ ਕਨਸੈਪਟ ਜਿਹੜੇ ਹੋਣਗੇ ਉਹ ਬਣਾਉਣਗੇ ਪ੍ਰੀਵੀਅਸ ਐਗਜ਼ਿਸਟਿੰਗ ਨੌਲੇਜ ਦੇ ਬੇਸਿਸ ਦੇ ਉੱਪਰ, ਮਤਲਬ ਆਲਰੇਡੀ ਨੌਲੇਜ ਹੈ ਕੋਈ, ਐਗਜ਼ਿਸਟ ਹੈ, ਐਗਜ਼ਿਸਟਿੰਗ ਮਤਲਬ ਐਗਜ਼ਿਸਟ ਕਰ ਰਹੀ ਹੈ ਉਹਨਾਂ ਦੇ ਮਾਈਂਡ ਦੇ ਵਿੱਚ, ਉਹਦੇ ਬੇਸਿਸ ਦੇ ਉੱਪਰ ਨਵੇਂ ਆਈਡੀਆਜ਼, ਨਵੀਂ ਇਨਫੋਰਮੇਸ਼ਨ, ਨਵੀਂ ਨੌਲੇਜ ਨੂੰ ਐਡ ਆਨ ਕਰਨਗੇ। ਤਾਂ ਦਿਮਾਗ ਦੀ ਗੱਲ ਆਈ ਹੈ ਨਾ ਕਿਤੇ, ਤਾਂ ਸੋਚ ਕੇ ਦੱਸੋ ਇਹਦਾ ਆਂਸਰ ਕੀ ਹੋਣਾ ਚਾਹੀਦਾ। ਚਾਰ ਆਪਸ਼ਨਸ ਨੇ ਤੁਹਾਡੇ ਅੱਗੇ, ਦੱਸੋ। ਸੋਸ਼ਲ, ਕੋਗਨੀਟਿਵ, ਕੀ ਚੀਜ਼ ਹੋਣੀ ਚਾਹੀਦੀ ਹੈ, ਇਹਦਾ ਆਂਸਰ ਆਊਗਾ ਵਿਦਆਊਟ ਐਨੀ ਡਾਊਟ ਕੋਗਨੀਟਿਵ। ਕੋਗਨੀਟਿਵ ਕਿਉਂ? ਕਿਉਂਕਿ ਦੇਖੋ ਕੋਗਨੀਸ਼ਨ ਮਤਲਬ ਕੀ ਹੁੰਦਾ, ਇੱਕ ਟਰਮ ਆਉਂਦੀ ਕੋਗਨੀਸ਼ਨ। ਕੋਗਨੀਸ਼ਨ ਮੀਨਸ, ਕੋਗਨੀਸ਼ਨ ਮਤਲਬ ਹੁੰਦਾ ਮਾਈਂਡ ਦੀ। ਅਗਰ ਆਪਾਂ ਗੱਲ ਕਰੀਏ, ਜੋ ਵੀ ਚੀਜ਼ਾਂ ਤੁਸੀਂ ਸੋਚੀਆਂ, ਤੁਹਾਡੀ ਥਿੰਕਿੰਗ, ਤੁਹਾਡੀ ਸਮਝ, ਤੁਹਾਡੀ ਅੰਡਰਸਟੈਂਡਿੰਗ, ਤੁਹਾਡੀ ਮੈਮਰੀ, ਉਹ ਸਾਰੀ ਚੀਜ਼ਾਂ ਕਿਹਦੇ ਵਿੱਚ ਆ ਜਾਣਗੀਆਂ, ਕੋਗਨੀਸ਼ਨ ਦੇ ਵਿੱਚ, ਕੋਗਨੀਸ਼ਨ ਦੇ ਵਿੱਚ ਆ ਜਾਣਗੀਆਂ, ਠੀਕ। ਤਾਂ ਫਿਰ ਸੋਸ਼ਲ ਅਗਰ ਮੈਂ ਗੱਲ ਕਰਾਂ, ਸੋਸ਼ਲ ਕੰਸਟਰਕਟਿਵਿਜ਼ਮ ਨਹੀਂ ਆ ਸਕਦਾ। ਕਿਉਂ? ਕਿਉਂਕਿ ਸੋਸ਼ਲ ਕੰਸਟਰਕਟਿਵਿਜ਼ਮ ਦੇ ਵਿੱਚ ਕੀ ਹੋਊਗਾ, ਜਿਹੜਾ ਬੱਚਾ ਹੋਊਗਾ ਉਹ ਨੌਲੇਜ ਨੂੰ ਕੰਸਟਰਕਟ ਕਰੂਗਾ, ਨੌਲੇਜ ਨੂੰ ਬਣਾਊਗਾ ਔਨ ਦ ਬੇਸਿਸ ਆਫ ਦ
मतलब जो भी हो रूल सिखूगा सोसाइटी तो ਜਿਹੜੇ ਵੀ ਰੂਲਸ ਜਿਹੜੇ ਵੀ ਨੋਰਮ ਸਿੱਖਣਾ ਬੋਲਦੇ ਨਾ ਆਪਾਂ ਸੋਸ਼ਲਾਈਜੇਸ਼ਨ ਉਹ ਸੋਸਾਇਟੀ ਦੇ ਥਰੂ ਜਿਹੜੀ ਉਹਦੀ ਡਿਵੈਲਪਮੈਂਟ ਹੋ ਰਹੀ ਹੈ ਉਹ ਗੱਲ ਹੈ ਹੁਣ ਸੋਸਾਇਟੀ ਦੀ ਗੱਲ ਤੇ ਇੱਥੇ ਹੋਈ ਨਹੀਂ ਇੱਥੇ ਤਾਂ ਨੌਲੇਜ ਦੀ ਗੱਲ ਹੋਈ ਹੈ ਮਾਈਂਡ ਦੀ ਗੱਲ ਹੋਈ ਹੈ ਤੇ ਆ ਹੀ ਨਹੀਂ ਸਕਦਾ ਰੈਡੀਕਲ ਕੰਸਟਰਕਟਿਵਿਜ਼ਮ ਨਹੀਂ ਆ ਸਕਦਾ ਇਹ ਜੀਨ ਪਿਆਜੇ ਦਾ ਕਨਸੈਪਟ ਸੀ ਅਗਰ ਇੱਥੇ ਕੋਈ ਐਕਸਪਲੋਰੇਸ਼ਨ ਜਾਂ ਕੋਈ ਐਕਟੀਵਿਟੀ ਦੀ ਗੱਲ ਕਰਦੇ ਫਿਰ ਆਪਾਂ ਕਹਿ ਸਕਦੇ ਸੀ ਗੱਲਬਾਤ ਸੀ ਆਪਸ਼ਨ ਨਾਲ ਰਿਗਾਰਡਿੰਗ ਸਪਾਇਰਲ ਕੰਸਟਰਕਟਿਵਿਜ਼ਮ ਕੁਝ ਹੁੰਦਾ ਹੀ ਨਹੀਂ ਸਪਾਇਰਲ मतलब एक अगर नॉट कुछ ਹੁੰਦਾ ਨਹੀਂ ਕਿ ਸਪਾਇਰਲ ਕੰਸਟਰਕਟਿਵਿਜ਼ਮ ਨਹੀਂ ਸਪਾਇਰਲ ਕਿਊਰਿਕੂਲਮ ਵਰਡ ਜ਼ਿਆਦਾ ਕਰੈਕਟ ਹੈ ਜੋ ਕਿ ਆਪਾਂ ਦੇਖਿਆ ਸੀ ਬਰੂਨਰ ਸਰ ਨੇ ਦਿੱਤਾ ਠੀਕ ਹੈ ਤਾਂ ਫਿਰ ਇਹ ਨਹੀਂ ਆ ਸਕਦਾ ਕਿਉਂਕਿ ਸਪਾਇਰਲ ਕਿਊਰਿਕੂਲਮ ਹੁੰਦਾ ਨਾ ਅਗਰ ਜੇ ਸ਼ਾਇਦ ਇਹ ਚੀਜ਼ ਆ ਸਕਦੀ ਸੀ ਕਿਉਂ ਕਿਉਂਕਿ ਸਪਾਇਰਲ ਕਿਊਰਿਕੂਲਮ ਚ ਆਪਾਂ ਹੀ ਪੜਿਆ ਸੀ ਪ੍ਰੀਵੀਅਸ ਨੌਲੇਜ ਨਾਲ ਲਿੰਕ ਕਰਕੇ ਬੱਚਾ ਨਵੀਂ ਚੀਜ਼ਾਂ ਸਿੱਖੂਗਾ ਸਪਾਇਰਲ ਕਿਊਰਿਕੂਲਮ ਨਹੀਂ ਹੈ ਤੇ ਸਪਾਇਰਲ ਕੰਸਟਰਕਟਿਵਿਜ਼ਮ ਹੈ ਤਾਂ ਇੱਥੇ ਗਲਤੀ ਨਾ ਕਰ ਦਿਓ ਟਰਮਸ ਦਾ ਧਿਆਨ ਰੱਖਿਓ ਅਗਰ ਹੁੰਦਾ ਸ਼ਾਇਦ ਆਪਾਂ ਫਿਰ ਉਹ ਕਰ ਲੈਂਦੇ rather than ਇਹ ਵਾਲੀ ਆਪਸ਼ਨ ਪ੍ਰੈਫਰ ਕਰਨ ਨਾਲੋਂ ਬਟ ਇੱਥੇ ਤਾਂ ਹੀ ਆਪਸ਼ਨ ਠੀਕ ਹੈ ਕੋਗਨੀਟਿਵ ਕਿਉਂਕਿ ਮਾਈਂਡ ਦੀ ਗੱਲ ਕੀਤੀ ਹੈ ਨੌਲੇਜ ਦੀ ਗੱਲ ਕੀਤੀ ਹੈ ਤਾਂ ਇਹਦਾ ਆਨਸਰ ਜਿਹੜਾ ਹੋ ਜਾਊਗਾ ਬੀ ਹੋ ਜਾਊਗਾ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਜੀਨ ਪਿਆਜੇ ਪ੍ਰਪੋਜ਼ਡ ਦ ਫੋਲੋਇੰਗ ਸੀਕੁਐਂਸ ਆਫ ਡਿਵੈਲਪਮੈਂਟ ਸਟੇजेस ਇਹਦੇ ਵਿੱਚ ਕਿਹੜੀਆਂ ਸਟੇजेस ਆਣਗੀਆਂ ਉਹਦਾ ਸੀਕੁਐਂਸ ਦੱਸੂਗੇ SPCF ਦੱਸਿਆ ਸੀ ਕੀ ਬਤਾਇਆ ਤਾਂ SPCF ਇਹ ਦੱਸਿਆ ਸੀ ਨਾ 4 ਸਟੇजेस ਦੱਸੇ ਸੀ ਤੁਹਾਨੂੰ ਇਹੀ ਚੀਜ਼ ਹੋ ਜੂਗੀ ਦੇਖੋ ਸੈਂਸਰੀ ਮੋਟਰ ਪ੍ਰੀ ਆਪਰੇਸ਼ਨਲ ਕੰਕਰੀਟ ਆਪਰੇਸ਼ਨਲ ਤੇ ਫਾਰਮਲ ਆਪਰੇਸ਼ਨਲ ਇਹ 4 ਸਟੇजेस ਹੋ ਜਾਣਗੀਆਂ ਜੀਨ ਪਿਆਜੇ ਦੀ ਥਿਉਰੀ ਦੀਆਂ ਦੇਖੋ ਚੀਜ਼ ਬਹੁਤ ਤੁਹਾਡੇ ਵਾਸਤੇ ਵੀ ਹੈਕਟਿਕ ਹੋ ਜੂਗੀ ਜਾਂ ਫਿਰ ਅਗਰ ਮੈਂ ਇੱਕ ਚੀਜ਼ ਐਕਸਪਲੇਨ ਕਰੂੰਗੀ ਚਾਰੋਂ ਸਟੇजेस ਦੀ ਜਿਸ ਤਰ੍ਹਾਂ ਕੁਐਸਚਨਸ ਆਣਗੇ ਉਦਾਂ ਹੀ ਤੁਹਾਨੂੰ ਜ਼ਿਆਦਾ ਚੀਜ਼ਾਂ ਬੈਟਰ ਲੱਗਣਗੀਆਂ ਠੀਕ ਕਿਉਂਕਿ ਸਾਰਾ ਕੁਝ ਮਿਕਸ ਅਪ ਹੋ ਜਾਊਗਾ ਅਗਰ ਇੱਕਦਮ ਜ਼ਿਆਦਾ ਤੁਹਾਨੂੰ ਇਹਦੇ ਵਿੱਚ ਹੋ ਗਿਆ ਕਿ ਸਭ ਕੁਝ ਐਕਸਪਲੇਨੇਸ਼ਨ ਜ਼ਿਆਦਾ ਦੇਤੀ ਤਾਂ ਮਤਲਬ ਉਸ ਅਕੋਰਡਿੰਗਲੀ ਜੋ ਹੈ ਆਪਾਂ ਕਰਾਂਗੇ ਜਿਸ ਤਰ੍ਹਾਂ ਕੁਐਸਚਨ ਦੇ ਵਿੱਚ ਸਟੇजेस ਦੀ ਗੱਲ ਹੋਊਗੀ ਤਾਂ ਇੱਕ ਸਟੇਜ ਤੁਹਾਨੂੰ ਇੱਕ ਵਿਦ ਐਗਜ਼ਾਮਪਲ ਮੈਂ ਸਮਝਾਉਂਗੀ ਠੀਕ ਤਾਂ 4 ਸਟੇजेस ਉਹਨਾਂ ਨੇ ਦਿੱਤੀਆਂ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਡਿਵੈਲਪਮੈਂਟ ਹੈ ਜਿਹੜੀ ਉਹਨਾਂ ਅਕੋਰਡਿੰਗਲੀ ਇਸ ਤਰੀਕੇ ਨਾਲ ਹੋਊਗੀ ਕਿ ਮਤਲਬ ਜਦੋਂ ਕੋਈ ਵੀ ਬੱਚਾ ਡਿਵੈਲਪ ਕਰੂਗਾ ਨਾ ਇਹ 4 ਸਟੇजेस ਦੇ ਵਿੱਚ ਉਹਦੀ ਪਾਸ ਔਨ ਕਰੂਗਾ ਇਹ 4 ਸਟੇजेस ਦੇ ਵਿੱਚ ਉਹਦੀ ਗੁਜ਼ਰ ਕੇ ਇੱਕ ਬੱਚੇ ਦੀ ਡਿਵੈਲਪਮੈਂਟ ਹੋਊਗੀ ਉਹ ਕਿਹਦਾ ਕਹਿਣਾ ਸੀ ਜੀਨ ਪਿਆਜੇ ਦਾ ਠੀਕ ਆ ਨਹੀਂ ਆ ਸਕਦਾ ਇਹ ਸਾਰੀ ਆਪਸ਼ਨਸ ਆ ਹੀ ਨਹੀਂ ਸਕਦੀਆਂ ਕਿਉਂਕਿ ਪਹਿਲਾ ਪ੍ਰੀ ਆਪਰੇਸ਼ਨਲ ਨਹੀਂ ਆ ਸਕਦੀ ਉਹ ਤਾਂ ਸੈਕੰਡ ਸਟੇਜ ਹੈ ਕੰਕਰੀਟ ਵੀ ਨਹੀਂ ਆ ਸਕਦੀ ਅੱਛਾ 3 ਆਪਸ਼ਨਸ ਨੇ ਠੀਕ ਹੈ ਤੇ ਇਹਦਾ ਬੀ ਆ ਜਾਊਗਾ ਨੈਕਸਟ ਕੁਐਸਚਨ ਤੁਹਾਡੇ ਅੱਗੇ ਨੈਸ਼ਨਲ ਐਜੂਕੇਸ਼ਨਲ ਪਾਲਿਸੀ 2020 ਪ੍ਰਪੋਜ਼ਸ ਇਨਕਲੂਜਨ ਆਫ ਡੈਸ਼ ਐਂਡ ਡੈਸ਼ ਆਊਗਾ ਨੋਟ ਐਸ ਡੈਸ਼ ਐਂਡ ਡੈਸ਼ ਫॉर ਅਸੈਸਮੈਂਟ ਆਫ ਐਜੂਕੇਸ਼ਨ ਜਿਹੜੀ NEP 2020 ਹੈ ਤੇ ਬਹੁਤ ਸਾਰੇ ਕੁਐਸਚਨ ਆਣਗੇ ਜਿੰਨੇ ਵੀ ਟੀਚਿੰਗ ਐਗਜ਼ਾਮ ਅੱਗੇ ਆਣਗੇ ਪੱਕਾ 2020 ਚੋਂ ਇਹ ਪੋਸਿਬਿਲਿਟੀ ਹੈ ਕਿ ਕੁਐਸਚਨਸ ਆ ਸਕਦੇ ਨੇ ਤੇ ਇਹ ਟੌਪਿਕ ਨੂੰ ਬਹੁਤ ਅੱਛੇ ਤਰੀਕੇ ਨਾਲ ਕਵਰ ਕਰਾਂਗੇ ਤਾਂ NEP ਦੀ ਗੱਲ ਹੋਈ ਹੈ ਇਨਕਲੂਜਨ ਆਫ ਕਿਹਦੀ ਇਨਕਲੂਜਨ ਦੀ ਗੱਲ ਕੀਤੀ ਕਿਹਨੂੰ ਇੰਕਲੂਡ ਕਰਨਾ ਹੈ ਤੇ ਕਿਸ ਚੀਜ਼ ਵਾਸਤੇ ਅਸੈਸਮੈਂਟ ਠੀਕ ਹੈ ਤੇ ਇਹਦੇ ਵਿੱਚ ਦੇਖੋ ਇਹਦਾ ਆਨਸਰ ਆਊਗਾ ਗਰੁੱਪ ਵਰਕ ਤੇ ਸੈਲਫ ਅਸੈਸਮੈਂਟ ਠੀਕ ਹੈ ਮਤਲਬ ਐਜੂਕੇਸ਼ਨ ਜਿਹੜੀ ਹੈ ਇੰਕਲੂਡ ਕਰੂਗੀ ਗਰੁੱਪ ਵਰਕ ਠੀਕ ਹੈ ਤੇ ਇਹਦੇ ਵਿੱਚ ਆਊਗੀ ਸੈਲਫ ਅਸੈਸਮੈਂਟ ਦੀ ਗੱਲ ਹੋਊਗੀ ਠੀਕ ਹੈ ਅਗਰ ਆਪਾਂ ਗੱਲ ਕਰਦੇ ਹਾਂ ਦੇਖੋ ਅਗਰ ਪਿੱਛੇ ਆਪਸ਼ਨਸ ਦੇਖਦੇ ਹਾਂ ਸਟੈਂਡਰਡ ਟੈਸਟ ਐਂਡ ਪੋਰਟਫੋਲੀਓ ਠੀਕ ਹੋ ਸਕਦਾ ਸੀ ਸਟੈਂਡਰਡ ਟੈਸਟ ਨੇ ਆ ਕੇ ਕੰਮ ਕਰਦੀ ਹੈ ਖਰਾਬ ਕਿਉਂਕਿ ਉਹੀ ਸਟੈਂਡਰਡਾਈਜ਼ਡ ਠੀਕ ਹੈ ਸਟੈਂਡਰਡ ਟੈਸਟ ਇਸ ਚੀਜ਼ ਆਪਾਂ ਪ੍ਰੈਫਰ ਨਹੀਂ ਕਰਾਂਗੇ ਠੀਕ ਹੈ ਪੋਰਟਫੋਲੀਓ ਕਹਿੰਦਾ ਦਾ ਮੈਥਡ ਹੁੰਦਾ ਜਿਹੜਾ ਬੱਚੇ ਦੀ ਇਵੈਲੂਏਸ਼ਨ ਦੱਸਦਾ ਠੀਕ ਹੈ ਉਹਨੂੰ ਇਵੈਲੂਏਟ ਕਰਨ ਦਾ ਉਹਨੂੰ ਅਸੈਸ ਕਰਨ ਦਾ ਤਰੀਕਾ ਤਾਂ ਇਹ ਠੀਕ ਹੋ ਸਕਦਾ ਸੀ ਬਟ ਸਟੈਂਡਰਡ ਟੈਸਟ ਆ ਗਿਆ ਆਪਸ਼ਨ ਇਹਦੇ ਵਿੱਚ ਵੀ ਸਟੈਂਡਰਡ ਟੈਸਟ ਆ ਜਾਊਗਾ ਪ੍ਰੋਜੈਕਟ ਠੀਕ ਹੋ ਜਾਂਦਾ ਫਿਰ ਵੀ ਬਟ ਸਟੈਂਡਰਡ ਟੈਸਟ ਆ ਗਿਆ ਤਾਂ ਹੀ ਨੈਗੇਟਿਵ ਦੇ ਵਿੱਚ ਚਲਾ ਜਾਊਗਾ ਗਰੁੱਪ ਵਰਕ ਤੇ ਸੈਲਫ ਅਸੈਸਮੈਂਟ ਬਿਲਕੁਲ ਠੀਕ ਹੈ ਗਰੁੱਪ ਦੇ ਵਿੱਚ ਕੰਮ ਕਰਨਾ ਤੇ ਖੁਦ ਹੀ ਅਸੈਸਮੈਂਟ ਕਰਨਾ ਕਿਉਂਕਿ ਜਿਹੜਾ ਹੈ ਇਹੀ ਮੇਨ ਏਮ ਹੈ ਕਿਹਨੂੰ ਪ੍ਰਮੋਟ ਕਰਦੀ ਹੈ ਆਪਣੀ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਜਿਹੜੀ ਹੈ ਇਹੀ ਚੀਜ਼ ਨੂੰ ਪ੍ਰਮੋਟ ਕਰਦੀ ਹੈ ਗਰੁੱਪ ਵਰਕ ਤੇ ਸੈਲਫ ਅਸੈਸਮੈਂਟ ਖੁਦ ਹੀ ਅਸੈਸਮੈਂਟ ਕਰਨੀ ਇਹੀ ਜਿਹੜੀ ਆਪਸ਼ਨ ਹੈ ਠੀਕ ਹੋ ਜੂਗੀ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਇਹ ਵੀ NEP ਵਾਲਾ ਕੁਐਸਚਨ ਹੀ ਹੈ which of the following statement is proposed in the NEP 2020 ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦੇ ਵਿੱਚ ਕਿਹੜੀ ਜਿਹੜੀ ਸਟੇਟਮੈਂਟ ਹੈ ਉਹ ਇਨਕਲੂਡ ਕੀਤੀ ਗਈ ਹੈ ਠੀਕ ਹੈ ਕੀ ਪ੍ਰਪੋਜ਼ ਕੀਤਾ ਉਹਨਾਂ ਨੇ ਉਹ ਚੀਜ਼ ਆ ਜਾਊਗੀ being multilingual has high cognitive benefit for a child ਵੈਸੇ ਇਹਦਾ ਆਨਸਰ ਇਹੀ ਹੋਊਗਾ ਬਟ ਅੱਗੇ ਵੀ ਦੇਖਾਂਗੇ ਐਵੇਂ ਕਿਉਂ ਮਲਟੀਲਿੰਗੁਅਲ ਨੂੰ ਪ੍ਰਮੋਟ ਕੀਤਾ ਗਿਆ ਮਤਲਬ ਅਗਰ ਬੱਚਾ ਅਲੱਗ ਲੈਂਗੁਏਜ ਮਲਟੀ ਲੈਂਗੁਏਜ ਨੂੰ ਸਿੱਖੂਗਾ ਠੀਕ ਹੈ ਡਿਫਰੈਂਟ ਲੈਂਗੁਏਜ ਦੇ ਨਾਲ ਉਹਦਾ ਐਕਸਪੋਜ਼ਰ ਹੋਊਗਾ ਤਾਂ ਫਿਰ ਉਹਦੀ ਕੋਗਨੀਸ਼ਨ ਵਾਸਤੇ ਠੀਕ ਹੈ ਉਹਦੀ ਕੋਗਨੀਟਿਵ ਸਕਿੱਲਸ ਕੋਗਨੀਸ਼ਨ ਕੀ ਹੁੰਦਾ ਥੋੜੀ ਥਿੰਕਿੰਗ ਥੋੜੀ ਮੈਮਰੀ ਥੋੜੀ ਸਮਝ ਆਹੀ ਕੋਗਨੀਸ਼ਨ ਹੁੰਦਾ ਨਾ ਕੋਈ ਚੀਜ਼ ਤੁਸੀਂ ਕਿਤੋਂ ਸਿੱਖ ਲਈ
ਠੀਕ ਹੈ। ਤਾਂ ਫਿਰ ਅਲੱਗ-ਅਲੱਗ ਲੈਂਗੁਏਜ ਤੁਸੀਂ ਸਿੱਖ ਰਹੇ ਹੋ, ਤੁਹਾਡੇ ਬ੍ਰੇਨ ਦੀ ਡਿਵੈਲਪਮੈਂਟ ਹੀ ਤਾਂ ਹੋ ਰਹੀ ਹੈ, ਚੀਜ਼ਾਂ ਹੀ ਤਾਂ ਸਿੱਖ ਰਹੇ ਹੋ ਤੁਸੀਂ, ਠੀਕ ਹੈ। ਤਾਂ ਫਿਰ ਅਗਰ ਮੈਂ ਗੱਲ ਕਰਾਂ ਤੁਹਾਡੇ ਕੋਗਨੀਸ਼ਨ ਸਕਿੱਲਸ ਬੈਟਰ ਹੋਣਗੀਆਂ, ਠੀਕ ਹੈ, ਤਾਂ ਫਿਰ ਇਹ ਬਿਲਕੁਲ ਠੀਕ ਹੋ ਜਾਊਗਾ। ਇਹ ਸਹੀ ਹੈ। ਬੀਇੰਗ ਐਜੂਕੇਟਡ ਇਨ ਵਨਸ ਮਦਰ ਟੰਗ ਇਜ਼ ਅ ਹਿੰਡਰੈਂਸ ਇਨ ਐਜੂਕੇਸ਼ਨਲ ਐਂਡ ਟੈਕਨੋਲੋਜੀਕਲ ਪ੍ਰੋਸੈਸ। ਮਤਲਬ ਕਿ ਮਦਰ ਜਿਹੜੀ ਟੰਗ ਹੈ ਨਾ, ਉਹ ਤੁਹਾਡੀ ਟੀਚਿੰਗ ਲਰਨਿੰਗ ਪ੍ਰੋਸੈਸ ਦੇ ਵਿੱਚ ਇੱਕ ਹਿੰਡਰੈਂਸ ਹੈ, ਰੋਕਦੀ ਹੈ। ਇਹ ਗਲਤ ਹੈ। ਅਗਰ ਬੱਚਾ ਆਪਣੀ ਮਦਰ ਟੰਗ ਦੇ ਵਿੱਚ ਪਹਿਲਾਂ ਸਿੱਖ ਰਿਹਾ ਹੈ ਤਾਂ ਉਹ ਤੋਂ ਵਧੀਆ ਚੀਜ਼ ਕੋਈ ਨਹੀਂ, ਕਿਉਂਕਿ ਮਦਰ ਟੰਗ ਦੇ ਵਿੱਚ ਬੱਚਾ ਜਲਦੀ ਸਿੱਖਦਾ ਹੈ, ਜਲਦੀ ਚੀਜ਼ਾਂ ਨੂੰ ਕੈਚ ਕਰੂਗਾ, ਠੀਕ ਹੈ। ਇੱਕੋ ਦਮ ਅਗਰ ਤੁਸੀਂ ਉਹਨੂੰ ਕੋਈ ਹੋਰ ਲੈਂਗੁਏਜ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਨਹੀਂ ਸਿੱਖੂਗਾ। ਪਹਿਲਾਂ ਮਦਰ ਟੰਗ ਨੂੰ ਪ੍ਰੈਫਰ ਕੀਤਾ ਜਾਊਗਾ, ਇਸ ਕਰਕੇ ਉਹ ਹਿੰਡਰੈਂਸ ਨਹੀਂ ਹੋ ਸਕਦੀ, ਠੀਕ ਹੈ, ਉਹ ਬੈਰੀਅਰ ਨਹੀਂ ਹੋ ਸਕਦੀ। ਤਾਂ ਇਹ ਆਨਸਰ ਗਲਤ ਹੋ ਜਾਊਗਾ। ਬਾਈਲਿੰਗੁਅਲ ਅਪਰੋਚ ਕ੍ਰੀਏਟਸ ਕਨਫਿਊਜ਼ਨ ਅਮੰਗ ਸਟੂਡੈਂਟਸ ਐਂਡ ਹਿੰਡਰਸ ਲਰਨਿੰਗ। ਜਿਹੜੀ ਬਾਈਲਿੰਗੁਅਲ ਅਪਰੋਚ ਹੈ ਨਾ, ਉਹ ਕਨਫਿਊਜ਼ਨ ਕ੍ਰੀਏਟ ਕਰਦੀ ਹੈ। ਐਵੇਂ ਕਿਵੇਂ ਹੋ ਸਕਦਾ ਹੈ ਦੋ ਲੈਂਗੁਏਜ ਬਾਈਲਿੰਗੁਅਲ, ਜਿਸ ਤਰ੍ਹਾਂ ਅਗਰ ਆਪਾਂ ਪੜ੍ਹ ਰਹੇ ਹਾਂ, ਆਪਾਂ ਇੰਗਲਿਸ਼ ਪੰਜਾਬੀ ਮਿਕਸ ਪੜ੍ਹ ਰਹੇ ਹਾਂ, ਤੇ ਤੁਹਾਡੀ ਡਿਵੈਲਪਮੈਂਟ ਦੇ ਵਿੱਚ ਐਜ਼ ਅ ਬੈਰੀਅਰ ਹੈ? ਨਹੀਂ ਨਾ, ਬੈਰੀਅਰ ਇਹ ਤਾਂ ਹੈ ਨਹੀਂ ਨਾ, ਤਾਂ ਫਿਰ ਇਹ ਆਪਸ਼ਨ ਗਲਤ ਹੋ ਜਾਊਗਾ। ਸਕੂਲਸ ਸ਼ੁੱਡ ਇਨਕਰੇਜ ਚਿਲਡਰਨ ਟੂ ਲਰਨ ਐਂਡ ਸਪੀਕ ਇੰਗਲਿਸ਼ ਐਜ਼ ਅ ਫਸਟ ਲੈਂਗੁਏਜ। ਕਹਿੰਦੇ ਪਹਿਲਾਂ ਇੰਗਲਿਸ਼ ਨੂੰ ਵੀ ਐਜ਼ ਅ ਫਸਟ ਲੈਂਗੁਏਜ ਚੂਜ਼ ਕਰੋ, ਗਲਤ ਹੈ। ਮਦਰ ਟੰਗ ਨੂੰ ਚੂਜ਼ ਕਰੋ ਪਹਿਲਾਂ, ਕਿਉਂਕਿ ਬੱਚਾ ਅਗਰ ਉਹਦੇ ਵਿੱਚ ਸਿੱਖੂਗਾ, ਚੀਜ਼ਾਂ ਨੂੰ ਸਮਝੂਗਾ, ਫਿਰ ਯੂ ਕੈਨ ਮੂਵ ਟੂਵਰਡਸ ਨੈਕਸਟ ਲੈਂਗੁਏਜ ਜੋ ਵੀ ਹੋਊਗੀ। ਇੰਗਲਿਸ਼ ਤੁਸੀਂ ਉਹਨੂੰ ਸਿਖਾ ਸਕਦੇ ਹੋ, ਪਹਿਲਾਂ ਮਦਰ ਟੰਗ। ਤਾਂ ਇਹ ਆਨਸਰ ਹੋ ਜੂਗੀ ਏ, ਠੀਕ ਹੈ। ਮਲਟੀਲਿੰਗੁਅਲ ਵਾਲਾ ਜਿਹੜਾ ਆਪਸ਼ਨ ਹੈ ਬਿਲਕੁਲ ਕਰੈਕਟ ਹੋ ਜਾਊਗਾ। ਨੈਕਸਟ ਕੁਐਸਚਨ ਤੁਹਾਡੇ ਅੱਗੇ, ਨੈਕਸਟ ਕੀ ਬੋਲ ਰਹੇ ਨੇ, ਹੂ ਬਿਲੀਵਸ ਦੈਟ ਥਾਟ ਡਿਟਰਮਾਈਨ ਦ ਲੈਂਗੁਏਜ। ਕਿਹੜੇ ਦੇ ਵਿੱਚ ਬਿਲੀਵ ਕਿਹਦਾ ਮਤਲਬ ਕਿਹਦੇ ਥਾਟਸ ਨੇ? ਉਹੀ ਮੈਂ ਤੁਹਾਨੂੰ ਕਿਹਾ ਸੀ, ਵਿਊਜ਼ ਦੇ ਕੁਐਸਚਨਸ ਆ ਸਕਦੇ ਨੇ, ਨਾਲ ਨਾਲ ਇਹਨਾਂ ਨੂੰ ਵੀ ਧਿਆਨ ਚ ਰੱਖੋਗੇ। ਥਾਟ ਡਿਟਰਮਾਈਨ ਦ ਲੈਂਗੁਏਜ ਮਤਲਬ ਪਹਿਲਾਂ ਵਿਚਾਰ ਆਣਗੇ, ਪਹਿਲਾਂ ਥਾਟਸ ਆਣਗੇ, ਫਿਰ ਲੈਂਗੁਏਜ। ਇਹ ਕਿਹਦਾ ਕਹਿਣਾ ਸੀ ਕਿ ਪਹਿਲਾਂ ਅਗਰ ਤੁਸੀਂ ਕੁਝ ਸੋਚ ਰਹੇ ਹੋ, ਤੁਹਾਡੇ ਮਾइंड ਦੇ ਵਿੱਚ ਕੋਈ थॉट आया, फिर तुसी बोलोगे, फिर लैंग्वेज आऊगी। तो किसका कहना था? ये थॉट्स वाला ये कहना सी जीन प्याजे दा, विदाउट एनी डाउट, ठीक। हुन वाइगॉट्स्की ते जीन प्याजे इन्हां दोनों ते क्वेश्चन पूछे जांदे ने ਇਹਦੇ बेसिस ਤੇ कि थॉट ਤੇ लैंग्वेज ਦੇ बेसिस ਤੇ ਇਹਨਾਂ ਦਾ ਕਹਿਣਾ ਕੀ ਹੈ, ठीक है। ਤਾਂ ਤੁਹਾਨੂੰ ਪਤਾ ਲੱਗ ਗਿਆ ਅਕੋਰਡਿੰਗ ਟੂ जीन प्याजे सर ਦੇ ਅਕੋਰਡਿੰਗਲੀ ਕਿ ਪਹਿਲਾਂ थॉट आया, फिर लैंग्वेज आई, ठीक है। बट अकॉर्डिंग टू वाइगॉट्स्की मैं ते मेंशन भी किया होया, उन्हां दा यह कहना है कि ਜਿਹੜੇ लैंग्वेज ਤੇ थॉट ने ना, उन्हां दा आपस ਦੇ ਵਿੱਚ कनैक्शन है, इंटरकनैक्टेडनेस कहूंगी मैं, ये वर्ड यूज करूंगी, क्योंकि कहते इनिशियली ਇਹਦਾ ਧਿਆਨ ਰੱਖਿਓ। ये देखो इनिशियली लैंग्वेज एंड थॉट आर सैपरेट सिस्टम्स। उन्होंने अकॉर्डिंगली ये है कि जो लैंग्वेज ते थॉट ने पहला अलग अलग सी, पहला सैपरेट सी, पर जो बच्चा 3 साल के अराउंड आ जाता है, फिर दोनों चीज़ां इकट्ठियां चल पैंदियां ने, लैंग्वेज एंड थॉट। पहला वो सैपरेट ने, अलग अलग ने, उन्होंने कहना सी, बट विद द टाइम या हौली हौली विद द एज वो दोनों ना इकट्ठियां हो जाते हैं, इंटरकनैक्ट हो जाते हैं आपस दे विच, फिर उन्होंने लिंक बन जाता है। वो चीज़ हो जूगी अकॉर्डिंग टू वाइगॉट्स्की। तो ये चीज़ हो जूगी, ठीक है। तो ये चीज़ का ध्यान रखियो। पहला मतलब जीन प्याजे का की कहना सी एंड लेव वाइगॉट्स्की सर का की कहना सी, ये चीज़ के उपर। तो फिर आप सैशन एंड करते हैं। अपना लास्ट क्वेश्चन सी। थैंक यू सो मच फॉर टुडे सैशन। आई होप ਤੁਹਾਨੂੰ ਸੈਸ਼ਨ ਵਧੀਆ ਲੱਗਿਆ ਹੋਊਗਾ, ਕੁਝ ਨੌਲੇਜ ਮਿਲੀ ਹੋਊਗੀ। ਤਾਂ ਫਿਰ ਨੈਕਸਟ ਸੈਸ਼ਨ ਦੇ ਵਿੱਚ ਮਿਲਾਂਗੇ। ਇਹਨੂੰ ਅੱਛੀ ਤਰ੍ਹਾਂ ਟੌਪਿਕਸ ਨੂੰ ਰੈਡੀ ਕਰ ਲਿਓ, ਕਿਉਂਕਿ ਮੋਸਟਲੀ ਨਾ ਅਗਰ ਮੈਂ ਦੇਖਾਂ ਇਨਕਲੂਸਿਵ ਐਜੂਕੇਸ਼ਨ ਬਹੁਤ ਇੰਪੋਰਟੈਂਟ ਟੌਪਿਕ ਹੈ, ਕਿਉਂਕਿ ਇਹਦੇ ਵਿੱਚ ਬਹੁਤ ਕੁਐਸਚਨਸ ਆਉਂਦੇ ਨੇ, 4 ਜਾਂ 5 ਮੈਂ ਮੰਨ ਕੇ ਚੱਲੂੰਗੀ ਆ ਸਕਦੇ ਨੇ, ਠੀਕ ਹੈ। ਤੇ ਥਿਓਰੀਜ਼, ਇੱਕ ਵੀ ਥਿਓਰੀ, ਇੱਕ ਵੀ ਸਟੇਜ ਸਕਿਪ ਨਹੀਂ ਕਰਾਂਗੇ, ਸਾਰੀ ਦੀ ਸਾਰੀ ਥਿਓਰੀਜ਼ ਲਰਨ ਕਰਾਂਗੇ ਵਿਦ ਐਗਜ਼ਾਮਪਲਸ। ਤੁਹਾਡੇ ਸਾਹਮਣੇ ਐਗਜ਼ਾਮਪਲਸ ਵੀ ਲੈ ਕੇ ਆਣੀ, ਰੱਟਾ ਨਹੀਂ ਮਾਰੂੰਗੇ, ਕਨਸੈਪਟ ਨੂੰ ਸਮਝੋਗੇ। ਅਗਰ ਕੋਈ ਵੀ ਡਾਊਟ ਹੈ ਤੁਹਾਨੂੰ ਤਾਂ ਤੁਸੀਂ ਦੁਬਾਰਾ ਪੁੱਛ ਸਕਦੇ ਹੋ ਐਟ ਦ ਐਂਡ ਆਫ ਦ ਸੈਸ਼ਨ। ਤਾਂ ਠੀਕ ਹੈ, ਮਿਲਦੇ ਹਾਂ ਨੈਕਸਟ ਸੈਸ਼ਨ ਦੇ ਵਿੱਚ। ਥੈਂਕ ਯੂ ਸੋ ਮਚ।